ਅੱਜ ਕੱਲ੍ਹ ਤੁਸੀਂ ਗਾਲਾਂ ਦੇ ਮਾਮਲੇ 'ਚ ਟ੍ਰੈਂਡਿੰਗ 'ਚ ਆ। ਉਹ ਹੌਬੀ ਧਾਲੀਵਾਲ ਜਿਹੜੇ ਕਿ ਇਹ ਗੱਲ ਕਹਿੰਦੇ ਸੀ ਵੀ ਭਾਈ ਕਿਸਾਨ ਸਹੀ ਆ ਤੇ ਬੀਜੇਪੀ ਗਲਤ ਆ। ਮੈਨੂੰ ਕੱਲੇ ਨੂੰ ਬੀਜੇਪੀ ਜੁਆਇਨ ਕਰਨ ਤੇ ਇੰਨੀਆਂ ਗਾਲਾਂ, ਜੇ ਕਿਸੇ ਦੇ ਹੱਥ 'ਚੋਂ ਦੀਪ ਸਿੱਧੂ ਦੇ ਸਾਹਮਣੇ ਉਹ ਪ੍ਰਸਾਦ ਡਿੱਗਦਾ ਸੀ, ਉਹ ਬੇਅਦਬੀ ਤੇ ਇੰਨਾ ਡਿੱਗ ਜਾਂਦਾ ਸੀ, ਗੁੱਸਾ ਹੋ ਜਾਂਦਾ ਸੀ, ਉਹ ਇੰਨਾ ਭਾਵੁਕਤਾ ਭਰਿਆ ਇਨਸਾਨ ਸੀ। ਸਿੱਧੂ ਦੀ ਮੌਤ ਹੋਈ ਹੈ, ਬਹੁਤ ਦੁੱਖ ਹੋਇਆ, ਹਰ ਪੰਜਾਬੀ ਨੂੰ ਦੁੱਖ ਹੋਇਆ। ਜੋਬਨ ਰੁੱਤੇ ਤੁਰ ਗਿਆ, ਪਰ ਮੌਤ ਤੋਂ ਪਹਿਲਾਂ ਉਹਨਾਂ ਨੇ ਵੀ ਤੁਹਾਡੇ ਬਾਰੇ ਗੱਲ ਕਹੀ ਆ। ਉਹ ਕਹਿੰਦੇ ਵੀ ਮਾਰਚ ਦੇ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨੀ ਸੀ, ਗਲਤ ਫੈਸਲਾ ਕੀਤਾ, ਫਿਲਮ 'ਚੋਂ ਕੱਢਿਆ। ਤੁਸੀਂ ਸੰਸਕਾਰ ਤੇ ਜਾਣਾ ਚਾਹੁੰਦੇ ਸੀ, ਪਰ ਜਾਣ ਨਹੀਂ ਦਿੱਤਾ। ਕਿਹਨੇ ਨਹੀਂ ਜਾਣ ਦਿੱਤਾ? ਪਰ ਅੱਜ ਮੈਂ ਸਹੀ 3:30 ਵਜੇ ਲੁਧਿਆਣੇ ਪਹੁੰਚ ਗਿਆ ਸੀ, ਮੈਨੂੰ ਸੰਸਕਾਰ ਤੇ ਜਾਣ ਨਹੀਂ ਦਿੱਤਾ। ਹਾਦਸੇ ਦੇ ਵਿੱਚ ਜਦੋਂ ਮੌਤ ਦੀ ਖਬਰ ਆਉਂਦੀ ਆ, ਫੇਸਬੁੱਕ ਤੇ ਲਾਈਵ ਹੁੰਨੇ ਆ ਕਿ ਦੀਪ ਮੈਂ ਆ ਰਿਹਾ, ਫਿਰ ਗਏ ਨਹੀਂ। ਦੀਪ ਸਿੱਧੂ ਅਮਰਗੜ੍ਹ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਪ੍ਰਚਾਰ ਕਰ ਰਹੇ ਆ, ਨਿੱਠ ਕੇ ਪ੍ਰਚਾਰ ਕਰ ਰਹੇ ਆ। ਅੱਜ ਉਹ ਸਾਰੀਆਂ ਵੀਡੀਓ ਲੋਕ ਸੁਣਦੇ ਆ, ਭਾਵੁਕ ਹੁੰਦੇ ਆ ਵੀ ਬੰਦਾ ਜਜ਼ਬਾਤੀ ਤੌਰ ਦੇ ਉੱਤੇ ਕਿਵੇਂ ਜੁੜਿਆ ਸੀ। ਆਪਦੇ ਯਾਰ ਦੀ, ਆਪਣੇ ਦੋਸਤ ਦੀ ਇਸ ਸੋਚ ਨੂੰ ਸਲਾਮਤ ਰੱਖਣ ਦੇ ਲਈ ਕੀ ਜਾ ਕੇ ਉੱਥੇ ਗੇੜਾ ਕੱਢੋਗੇ? ਭਾਜਪਾ ਨੂੰ ਅੱਜ ਪੰਜਾਬ ਦੇ ਵਿੱਚ ਕਿੱਥੇ ਜੇ ਮਹਿਸੂਸ ਕਰਦੇ? ਚੇਤੇ ਆਉਂਦਾ ਵੀ ਜਦੋਂ ਕਿਸਾਨਾਂ ਨੂੰ ਅੱਤਵਾਦੀ, ਖਾਲਿਸਤਾਨੀ, ਮਾਓਵਾਦੀ, ਅੰਦੋਲਨਜੀਵੀ, ਪਤਾ ਨਹੀਂ ਕੀ ਕਿਹਾ ਜਾਂਦਾ ਸੀ ਜੀ। ਉਹ ਸਹੀ ਸੀ? ਉਹ ਬਹੁਤ ਵੱਡਾ ਤੁਸੀਂ ਧੱਕਾ ਕੀਤਾ ਅੱਜ ਮੇਰੇ ਨਾਲ ਪੰਜਾਬੀਓ, ਉਹ ਮੈਂ ਕਦੇ ਮਾਫ ਨਹੀਂ ਕਰ ਸਕੂੰਗਾ ਤੁਹਾਨੂੰ। ਉਹ ਮੇਰੇ ਦਿਲ 'ਚ ਤੁਹਾਡੇ ਪ੍ਰਤੀ ਦਰਦ ਰਹੂਗਾ। ਤੁਹਾਨੂੰ ਬਾਹਰਲੇ ਮੁਲਕ ਦੇ ਵਿੱਚੋਂ ਇੱਕ ਮੁੰਡਾ ਫੋਨ ਕਰਦਾ, ਉਹ ਆਡੀਓ ਕਲਿੱਪ ਬਹੁਤ ਵੱਡੇ ਪੱਧਰ ਤੇ ਵਾਇਰਲ ਹੁੰਦੀ ਹੈ। ਮੁੰਡਾ ਗਲਤ ਸੀ, ਉਹ ਅੰਨਦਾਤਾ ਸੜਕਾਂ ਦੇ ਉੱਤੇ ਬੈਠਾ ਸੰਘਰਸ਼ ਕਰ ਲਿਆ, ਤੁਸੀਂ ਵਾਇਰਲ ਹੋ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਸਵਰਨ ਸਿੰਘ ਟੈਣਾ ਤੇ ਪ੍ਰੋਗਰਾਮ ਪ੍ਰਾਈਮ ਇਲੈਕਸ਼ਨ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਇਸ ਪ੍ਰੋਗਰਾਮ ਦੇ ਤਹਿਤ ਹੁਣ ਤੱਕ ਗੱਲਬਾਤ ਲੈ ਕੇ ਹਾਜ਼ਰ ਹੋਏ ਹਾਂ। ਪਾਰਟੀ ਭਾਵੇਂ ਕੋਈ ਵੀ ਹੋਵੇ, ਕਿਸੇ ਇੱਕ ਦੀ ਨਹੀਂ, ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਸੀਂ ਗੱਲਬਾਤ ਕੀਤੀ ਆ। ਜਿਹੜੇ ਅੱਜ ਸਾਡੇ ਸਟੂਡੀਓ ਦੇ ਵਿੱਚ ਨੇ, ਉਹ ਤਾਜ਼ਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ। ਹੌਬੀ ਧਾਲੀਵਾਲ, ਵਿਵਾਦਾਂ ਦੀ ਪੰਡ ਵੀ ਸਿਰ ਦੇ ਉੱਤੇ ਚੱਕੀ ਹੋਈ ਆ। ਬਹੁਤ ਸਾਰੀਆਂ ਗੱਲਾਂ ਵੀ ਨੇ ਜਿਹੜੀਆਂ ਕਰਨੀਆਂ ਬਣਦੀਆਂ। ਸਭ ਤੋਂ ਪਹਿਲਾ ਸਵਾਲ ਜਿਹੜਾ ਕਿ ਲੋਕਾਂ ਦੇ ਮਨਾਂ ਵਿੱਚ ਉੱਠਿਆ, ਉਹ ਪੁੱਛਾਂਗੇ ਕਿ ਚੰਗੇ ਭਲੇ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੇ ਕਰਦੇ ਬੀਜੇਪੀ ਦੇ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ, ਤੇ ਲੋਕਾਂ ਦੇ ਵੱਲੋਂ ਜਿਸ ਤਰੀਕੇ ਦੀ ਪ੍ਰਤੀਕਿਰਿਆ ਦਿੱਤੀ ਗਈ ਹੈ, ਆਪਾਂ ਜਾਣਦੇ ਹੀ ਹਾਂ। ਪਹਿਲਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਫਤਿਹ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਬਿਲਕੁਲ ਚੜ੍ਹਦੀ ਕਲਾ। ਧਾਲੀਵਾਲ ਸਾਹਿਬ, ਫੇਸਬੁੱਕ ਖੋਲ੍ਹੀਏ ਨਾ ਤਾਂ ਗਾਲਾਂ ਦੀ ਬਾਛੜ ਹੋਈ ਪਈ ਆ। ਮੈਂ ਪੁਰਾਣੀਆਂ ਰਵਾਇਤੀ ਦੀਆਂ ਗੱਲਾਂ ਦੇ ਵਿੱਚ ਨਹੀਂ ਜਾਂਦਾ ਵੀ ਕਦੋਂ ਜਨਮ ਹੋਇਆ, ਕਿੱਥੇ ਹੋਇਆ, ਕਿਵੇਂ ਹੋਇਆ। ਸਿੱਧੀ ਜਿਹੀ ਗੱਲ ਆ ਵੀ ਅੱਜ ਕੱਲ੍ਹ ਤੁਸੀਂ ਗਾਲਾਂ ਦੇ ਮਾਮਲੇ 'ਚ ਟ੍ਰੈਂਡਿੰਗ 'ਚ ਆ। ਬਹੁਤ ਲੋਕ ਤੁਹਾਡੇ ਬਾਰੇ ਕੁਝ ਲਿਖ ਰਹੇ ਆ। ਉਹ ਹੌਬੀ ਧਾਲੀਵਾਲ ਜਿਹੜੇ ਕਿ ਇਹ ਗੱਲ ਕਹਿੰਦੇ ਸੀ ਵੀ ਭਾਈ ਕਿਸਾਨ ਸਹੀ ਆ ਤੇ ਬੀਜੇਪੀ ਗਲਤ ਆ, ਉਹੀ ਹੌਬੀ ਧਾਲੀਵਾਲ ਅੱਜ ਬੀਜੇਪੀ ਸਹੀ ਆ ਤੇ ਕਿਹੜੀ ਗੱਲੋਂ ਇਹਨੂੰ ਗਲਤ ਕਿਹਾ ਜਾਂਦਾ, ਤੇ ਲੋਕ ਇਹ ਗੱਲ ਕਹਿੰਦੇ ਵੀ ਭਾਈ ਤੁਸੀਂ ਪਲਟੀ ਕਾਹਤੋਂ ਮਾਰ ਗਏ, ਉੱਤਰ ਕੀ ਆ? ਸਭ ਤੋਂ ਪਹਿਲੀ ਗੱਲ ਤਾਂ ਟੈਣਾ ਸਾਹਿਬ, ਬੀਜੇਪੀ ਗਲਤ ਹੈ ਨਹੀਂ, ਕਾਨੂੰਨ ਗਲਤ ਨੇ। ਲਿਆਂਦੇ ਉਹਨਾਂ ਨੇ ਸੀ, ਤੁਸੀਂ ਇਸ ਕਰਕੇ ਨੁਕਤਾ ਚੁੱਕਿਆ। ਬਿਲਕੁਲ ਚੱਕਿਆ, ਕਿਉਂਕਿ ਮੈਂ ਇੱਕ ਕਿਸਾਨ ਦਾ ਬੇਟਾ ਹਾਂ, ਮੈਂ ਪੰਜਾਬੀ ਹਾਂ। ਮੇਰੇ ਵਾਸਤੇ ਉਹ ਗਲਤ ਸੀ ਤੇ ਮੈਂ ਰੌਲਾ ਪਾਇਆ। ਸਭ ਤੋਂ ਪਹਿਲਾਂ ਇਸ ਗੱਲ ਤੋਂ ਵੀ ਪਹਿਲਾਂ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਮੈਂ ਉਹ ਜਿਹੜੇ ਕਿਸਾਨ ਸੰਘਰਸ਼ ਦੇ ਦੌਰਾਨ ਸਾਡੇ ਪੰਜਾਬੀ ਸਦਾ ਲਈ ਸਾਥੋਂ ਵਿਛੜ ਗਏ ਨੇ, ਉਹਨਾਂ ਦਾ ਦਰਦ ਹੈ ਮੇਰੇ ਅੰਦਰ ਵੀ, ਕਿਉਂਕਿ ਮੈਂ ਵੀ ਪੰਜਾਬੀ ਹਾਂ, ਮੈਂ ਵੀ ਇੱਕ ਇਨਸਾਨ ਹਾਂ, ਇੱਕ ਭਰਾ ਵੀ ਹਾਂ, ਇੱਕ ਪੁੱਤ ਵੀ ਹਾਂ, ਇੱਕ ਬਾਪ ਵੀ ਹਾਂ। ਤੇ ਉਹਨਾਂ ਲਾਸ਼ਾਂ ਤੇ ਉਹਨਾਂ ਮੌਤਾਂ ਤੇ ਕੋਈ ਸਿਆਸਤ ਨਹੀਂ। ਉਹਨਾਂ ਦਾ ਵਿਛੋੜਾ ਮੈਨੂੰ ਵੀ ਉੱਡਾ ਹੀ ਦੁਖਦਾਇਕ ਹੈ। ਇਹ ਹੋਣਾ ਨਹੀਂ ਸੀ ਚਾਹੀਦਾ, ਪਰ ਸਮਾਂ 1 ਸਾਲ ਦੇ ਸੰਘਰਸ਼ ਦੇ ਵਿੱਚ ਅਸੀਂ ਜਿੱਤੇ ਹਾਂ, ਕਾਨੂੰਨ ਵਾਪਸ ਹੋਏ ਨੇ। ਸਭ ਤੋਂ ਵੱਡੀ ਗੱਲ ਕਿ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਨੂੰ ਸਹੀ ਸਮਝਦਿਆਂ ਹੋਇਆ ਉਹਨਾਂ ਦੇ ਦਿਹਾੜੇ ਦੇ ਉੱਤੇ
ਭਾਰਤ ਵਰਸ਼ ਦੇ ਲੋਕਾਂ ਤੋਂ ਮਾਫੀ ਮੰਗੀ ਹੈ ਕਿ ਮੈਂ ਸਮਝਾਉਣ ਦੇ ਵਿੱਚ ਜਾਂ ਤੁਸੀਂ ਸਮਝਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਚਲੋ ਤੁਹਾਨੂੰ ਗਲਤ ਲੱਗਦੇ ਨੇ, ਮੈਂ ਮਾਫੀ ਮੰਗਦਿਆਂ ਹੋਇਆ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਣਾ। ਕਾਨੂੰਨ ਵਾਪਸ ਹੋ ਗਏ। ਮੇਰੇ ਵਾਸਤੇ ਧਰਮ ਤੇ ਸਿਆਸਤ ਵੱਖਰੇ ਵੱਖਰੇ ਨੇ। ਬਾਕੀ ਪੰਜਾਬੀਆਂ ਨੇ ਸ਼ਾਇਦ ਮੈਨੂੰ ਪਿਆਰ ਬਹੁਤ ਕੀਤਾ, ਜਿਹਦੇ ਕਰਕੇ ਉਹਨਾਂ ਨੂੰ ਦੁੱਖ ਬਹੁਤ ਲੱਗਿਆ ਮੇਰਾ ਬੀਜੇਪੀ 'ਚ ਜਾਣ ਦਾ, ਜਿਹਦੇ ਕਰਕੇ ਗਾਲਾਂ ਨੇ ਉਹਨਾਂ ਨੇ ਮੇਰੇ ਸਿਰ ਤੇ ਟੰਗ ਤੇ ਜਿਉਂ ਮੈਂ ਸਵੀਕਾਰ ਕਰਦਾ, ਤੇ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਹਨਾਂ ਦੇ ਨਾਲ, ਇਹਨਾਂ ਗਾਲਾਂ ਦਾ ਕੋਈ ਮੈਂ ਵਿਰੋਧ ਤਾਂ ਹੁੰਦਾ ਹੀ ਆ, ਕਿਉਂਕਿ ਮੈਂ ਇਨਸਾਨ ਆ, ਦਰਦ ਤਾਂ ਹੁੰਦਾ, ਦੁੱਖ ਤਾਂ ਲੱਗਿਆ ਬਹੁਤ, ਤੇ ਭੁੱਬਾ ਮਾਰ ਕੇ ਰੋਣ ਨੂੰ ਵੀ ਜੀ ਕੀਤਾ, ਪਰ ਕੋਈ ਗੱਲ ਨਹੀਂ, ਮੈਂ ਸਹੀ ਆ, ਮੈਨੂੰ ਸਮਾਂ ਚਾਹੀਦਾ, ਜਵਾਬ ਮਿਲੇਗਾ। ਪਰ ਸਵਾਲ ਇਹ ਆ ਵੀ ਪਹਿਲਾਂ ਤੁਸੀਂ ਇਹ ਗੱਲ ਕਹੀ ਵੀ ਭਾਈ 3 ਖੇਤੀ ਕਾਨੂੰਨ ਗਲਤ ਆ, ਬੀਜੇਪੀ ਦੇ ਵੱਲੋਂ ਗਲਤ ਫੈਸਲਾ ਕੀਤਾ ਗਿਆ, ਅੰਨਦਾਤਾ ਸੜਕਾਂ ਦੇ ਉੱਤੇ ਬੈਠਾ ਸੰਘਰਸ਼ ਕਰ ਲਿਆ, ਤੁਸੀਂ ਵਾਇਰਲ ਹੋ ਗਏ, ਤੁਹਾਡੀਆਂ ਗੱਲਾਂ ਲੋਕਾਂ ਨੂੰ ਚੰਗੀਆਂ ਲੱਗੀਆਂ ਜੀ। ਪਰ ਹੁਣ ਲੋਕ ਇਹ ਗੱਲ ਕਹਿੰਦੇ ਵੀ ਹੌਬੀ ਧਾਲੀਵਾਲ ਤਾਂ ਕਲਾਕਾਰੀ ਦਿਖਾ ਗਏ ਆ, ਹੁਣ ਇਹ ਬੀਜੇਪੀ ਦੇ ਵਿੱਚ ਆ ਗਏ, ਸਿਫਤਾਂ ਹੋ ਰਹੀਆਂ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੇਰਾ ਸਵਾਲ ਅਧੂਰਾ ਰਹਿ ਗਿਆ ਸੀ। ਰੱਬ ਨਹੀਂ ਹੈ, ਸਰਕਾਰ ਰੱਬ ਨਹੀਂ ਹੈ। ਸਰਕਾਰ ਨੇ ਇੱਕ ਕਾਨੂੰਨ ਬਣਾਏ, ਕਾਨੂੰਨ ਗਲਤ ਹੋਏ, ਮੈਂ ਉਹਨਾਂ ਦੇ ਨਾਲ ਲੱਗ ਕੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਗਿਆ, ਕਾਨੂੰਨ ਰੱਦ ਹੋ ਗਏ, ਖਤਮ ਹੋ ਗਈ ਗੱਲ। ਮੇਰੇ ਵਾਸਤੇ ਉਹ ਗੱਲ ਇੱਕ ਖਤਮ ਹੋ ਗਈ। ਹਾਂ, ਮੈਂ ਫਿਰ ਇੱਕ ਗੱਲ ਦੁਹਰਾ ਰਿਹਾ ਕਿ ਉਹ ਕਿਸਾਨਾਂ ਦਾ ਵਿਛੋੜਾ ਜਿਹੜਾ ਸਾਡੇ ਭੈਣ ਭਰਾ ਬਜ਼ੁਰਗ ਮਾਮੇ ਚਾਚਿਆਂ ਦੀ ਥਾਂ ਲੱਗਦੇ ਸੀ, ਕੁਛ ਮੇਰੇ ਤੋਂ ਛੋਟੇ ਵੀ ਸੀ, ਉਹਨਾਂ ਦਾ ਦਰਦ ਮੈਨੂੰ ਵੀ ਹੈ, ਉਹਨਾਂ ਕੱਲਿਆਂ ਨੂੰ ਨਹੀਂ ਹੈ। ਜਿਨ੍ਹਾਂ ਦੇ ਪਰਿਵਾਰਾਂ ਦੇ ਵਿਛੜੇ ਨੇ ਉਹਨਾਂ ਦੇ ਨਾਲ ਮੈਂ ਅੱਜ ਵੀ ਨਿਮ ਕੇ ਚੱਲਣ ਨੂੰ ਤਿਆਰ ਹਾਂ। ਪਰ ਮੈਨੂੰ ਕੱਲੇ ਨੂੰ ਬੀਜੇਪੀ ਜੁਆਇਨ ਕਰਨ ਤੇ ਇੰਨੀਆਂ ਗਾਲਾਂ ਦਾ ਜੌਂ ਟੰਗੇ, ਮੈਂ ਉਹ ਜੋ ਵੀ ਉਹਨਾਂ ਨੇ ਮੈਨੂੰ ਦਿੱਤਾ ਮੈਂ ਲੈਣਾ, ਮੈਂ ਝੋਲੀ ਪਾਉਣਾ, ਪਰ ਇਹਨਾਂ ਗਾਲਾਂ ਦਾ ਜਵਾਬ ਮੈਂ ਬਹੁਤ ਛੇਤੀ ਦਊਂਗਾ ਕੰਮ ਕਰਕੇ, ਕਿਉਂਕਿ ਮੈਂ ਪੰਜਾਬੀ ਹਾਂ, ਮੈਂ ਪੰਜਾਬ ਦੇ ਰੰਗ ਦੇਖੇ ਨੇ, ਦੇਖ ਰਿਹਾ, ਤੇ ਹੋਰ ਗੂੜੇ ਤੇ ਸੋਹਣੇ ਤਰੀਕੇ ਨਾਲ ਦੇਖਣਾ ਚਾਹੁੰਦਾ, ਕਿਉਂਕਿ ਮੈਂ ਫਿੱਕੇ ਹੁੰਦੇ ਬਹੁਤ ਦੇਖੇ ਨੇ। ਤੁਹਾਨੂੰ ਬਾਹਰਲੇ ਮੁਲਕ ਦੇ ਵਿੱਚੋਂ ਇੱਕ ਮੁੰਡਾ ਫੋਨ ਕਰਦਾ, ਉਹ ਆਡੀਓ ਕਲਿੱਪ ਬਹੁਤ ਵੱਡੇ ਪੱਧਰ ਤੇ ਵਾਇਰਲ ਹੁੰਦੀ ਹੈ, ਉਹ ਤੁਹਾਨੂੰ ਤੱਤੇ ਸ਼ਬਦਾਂ ਦੀ ਵਰਤੋਂ ਵੀ ਕਰਦਾ, ਤਿੱਖੇ ਸ਼ਬਦਾਂ ਦੀ ਵਰਤੋਂ ਵੀ ਕਰਦਾ, ਤੁਸੀਂ ਉਹਨੂੰ ਇਤਿਹਾਸ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ, ਉਹ ਕਹਿੰਦਾ ਵੀ ਵਰਤਮਾਨ ਦੀ ਗੱਲ ਕਰੋ। ਜਦੋਂ ਮੈਂ ਵਰਤਮਾਨ ਦੀ ਗੱਲ ਕਰਦਾ ਉਦੋਂ ਇਤਿਹਾਸ ਦੀ ਗੱਲ ਕਰਦਾ, ਜਦੋਂ ਉਹ ਇਤਿਹਾਸ ਦੀ ਗੱਲ ਕਰਦਾ ਕਹਿੰਦਾ ਵਰਤਮਾਨ ਦੀ ਗੱਲ। ਮੁੰਡਾ ਗਲਤ ਸੀ, ਉਹ ਮੇਰੇ ਸਾਹਮਣੇ ਉਹ ਗਲਤ ਸੀ, ਮੇਰੇ ਹਿਸਾਬ ਨਾਲ ਉਹ ਗਲਤ ਸੀ, ਮੇਰੇ ਹਿਸਾਬ ਨਾਲ ਗਲਤ ਸੀ, ਕਿਉਂਕਿ ਮੈਂ ਬੀਜੇਪੀ ਜੁਆਇਨ ਕੀਤੀ ਹੈ, ਮੈਂ ਉਹਦਾ ਘਰ ਨਹੀਂ ਢਾਹਿਆ। ਪਰ ਲੋਕ ਕਹਿੰਦੇ ਕਿ ਤੁਸੀਂ ਨਿਰ ਉੱਤਰ ਹੋ ਗਏ, ਉੱਥੇ ਤੁਸੀਂ ਨਿਰ ਉੱਤਰ ਹੋ ਗਏ, ਲੋਕ ਇਹ ਗੱਲ ਕਹਿੰਦੇ ਆ। ਲੋਕਾਂ ਦੀ ਸੋਚ ਆ, ਲੋਕਾਂ ਦੀ ਸੋਚ ਆ, ਲੋਕਾਂ ਦੀ ਸੋਚ ਆ। ਲੋਕ ਕਹਿੰਦੇ ਨੇ ਕਿ ਤੂੰ ਬੀਜੇਪੀ ਦਾ ਵਰਕਰ ਕਿਉਂ ਬਣ ਗਿਆ? ਮੇਰਾ ਹੱਕ ਹੈ, ਮੈਂ ਕੁਝ ਵੀ ਕਰ ਸਕਦਾ। ਰੋਟੀ, ਧਰਮ ਤੇ ਕਾਰ, ਇਹ ਮੈਂ ਕਦੇ ਡਿਸਕਸ ਕਰਕੇ ਨਹੀਂ ਚੱਲਦਾ, ਮੈਂ ਚਾਹੁੰਦਾ ਹੀ ਨਹੀਂ। ਮੈਂ ਆਇਆ, ਮੈਂ ਕਿਸ ਕਾਰ ਤੇ ਆਇਆ, ਮੈਂ ਅੱਜ ਢਿੱਡ ਭਰ ਕੇ ਰੋਟੀ ਖਾਧੀ ਹੈ, ਕੀ ਖਾਧਾ, ਮੈਂ ਕਿਸ ਧਰਮ ਨੂੰ ਮੰਨਦਾ। ਆਓ ਆਪਾਂ ਧਰਮ ਦੀ ਗੱਲ ਕਰੀਏ, ਮੈਨੂੰ ਲੈ ਕੇ ਚੱਲੋ ਕਿਸੇ ਵੀ ਮੰਦਰ, ਮਸੀਤੇ, ਡੇਰੇ, ਜਿੱਥੇ ਵੀ ਇਸ਼ਟ ਹੈ, ਜਿੱਥੇ ਵੀ ਕੋਈ ਮੱਥਾ ਸੀਸ ਝੁਕਾਉਂਦਾ, ਮੈਂ ਜਾਊਂਗਾ। ਹਾਂ, ਮੈਨੂੰ ਮੇਰੀ ਮਾਂ ਨੇ ਦੱਸਿਆ ਕਿ ਮੈਂ ਸਿੱਖਾਂ ਦੇ ਘਰ ਜੰਮਿਆ, ਤੇ ਮੈਨੂੰ ਗੁਰਦੁਆਰੇ ਜਾਣਾ ਮਾਰੋ। ਨਹੀਂ, ਇਹ ਤਾਂ ਬਹੁਤ ਚੰਗੀ ਗੱਲ ਆ ਵੀ ਧਰਮ ਤੇ ਸਿਆਸਤ ਅੱਡ ਅੱਡ ਹੋਣੀ ਚਾਹੀਦੀ ਆ। ਬਿਲਕੁਲ, ਗੁਰਦੁਆਰੇ ਜਾਣ ਵਾਲਾ ਮੰਦਰ ਦੇ ਵਿੱਚ ਜਾਵੇ, ਬਹੁਤ ਚੰਗੀ ਗੱਲ ਆ। ਮੰਦਰ ਦੇ ਵਿੱਚ ਜਾਣ ਵਾਲਾ ਮਸਜਿਦ ਦੇ ਵਿੱਚ ਵੀ ਜਾਵੇ, ਕੋਈ ਇਤਰਾਜ਼ ਨਹੀਂ। ਕੋਈ ਕਿਸੇ ਡੇਰੇ 'ਚ ਵੀ ਜਾਂਦਾ, ਮੈਨੂੰ ਲੱਗਦਾ ਵੀ ਅਸੀਂ ਉਹਨੂੰ ਬਾਂਹ ਫੜ ਕੇ ਖਿੱਚ ਨਹੀਂ ਸਕਦੇਗੇ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਵੀ ਤੁਸੀਂ ਕਹਿੰਦੇ ਵੀ ਸਿਆਸਤ ਅੱਡ ਨਹੀਂ ਹੋਣੀ, ਅੱਡ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਪਰ ਇੱਥੇ ਤਾਂ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਕੇਂਦਰੀ ਹਕੂਮਤ ਦੇ ਉੱਤੇ ਦੋਸ਼ ਲੱਗਦੇ ਆ ਵੀ ਧਰਮ ਦੀ ਰਾਜਨੀਤੀ ਹੁੰਦੀ ਆ, ਧਰਮ ਦਾ ਪੱਤਾ ਖੇਡਿਆ ਜਾਂਦਾ। ਕਦੇ ਯੂਪੀ ਦੇ ਵਿੱਚ ਆਹ ਪੱਤਾ ਖੇਡਤਾ, ਫਲਾਣੀ ਥਾਂ ਤੇ ਆਹ ਪੱਤਾ ਖੇਡਤਾ, ਫਲਾਣੀ ਥਾਂ ਤੇ ਡੇਰੇ ਨੂੰ ਛੱਡਤਾ। ਟੈਣਾ ਸਾਹਿਬ, ਮੈਂ ਗੱਲ ਕਰਨੀ ਨਹੀਂ ਸੀ ਕਿਉਂਕਿ ਮੇਰਾ ਕੱਦ ਬੁੱਤ ਬਹੁਤ ਛੋਟਾ ਹੈ ਸਿਆਸੀ ਤੌਰ ਤੇ, ਬਹੁਤ ਛੋਟਾ। ਪਰ ਮੈਂ ਇੱਕ ਗੱਲ ਕਰ ਲਾਂ, ਮੈਂ ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਕਰੂੰਗਾ, ਸ਼ਾਇਦ ਜ਼ਿਆਦਾ ਕੌੜੇ ਹੋ ਜਾਣਗੇ ਲਫ਼ਜ਼, ਪਰ ਸੱਚ ਹੁੰਦਾ ਹੀ ਕੌੜਾ ਹੈ ਸਰੋਤਿਓ, ਹਮੇਸ਼ਾ ਕੌੜਾ ਹੁੰਦਾ। ਮੇਰੀ ਗੱਲ ਨੂੰ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰਿਓ, ਸਮਝਣ ਦੀ ਕੋਸ਼ਿਸ਼ ਕਰਿਓ, ਬਾਅਦ 'ਚੋਂ ਕਮੈਂਟ ਜ਼ਰੂਰ ਕਰਿਓ, ਉਹ ਵੀ ਮੇਰੇ ਝੋਲੀ ਪਾ ਕੇ ਜਾਊਂਗਾ। ਲਫ਼ਜ਼ ਕੌੜੇ ਹੋ ਸਕਦੇ ਨੇ, ਪਰ ਤਰਕ ਮੇਰਾ ਇਹ ਹੈ ਕਿ 84 ਦੇ ਦੰਗੇ ਭੁੱਲ ਗਏ। ਉਹੀ ਸਿਆਸੀ ਪਾਰਟੀ ਜਿਹਨੇ ਤੁਹਾਡੇ ਗੁਰਦੁਆਰੇ ਢਾਤੇ ਸੀ, ਉਹਨੂੰ ਤੁਸੀਂ ਪੰਜਾਬੀਓ 3 ਵਾਰੀ ਬਾਅਦ 'ਚੋਂ ਰਾਜ ਕਰਾਤਾ। ਕਿੰਨੀ ਵਾਰੀ ਰਾਜ ਕਰਾਇਆ ਤੁਸੀਂ? ਉਹ ਧਰਮ ਦੇ ਸਿਰਮੌਰ ਠੇਕੇਦਾਰ ਜਿਨ੍ਹਾਂ ਨੂੰ ਤੁਸੀਂ ਆਪਦੇ ਧਰਮ ਦੀ ਵਾਗਡੋਰ ਸੰਭਾਲੀ ਸੀ, ਜਿੱਦਣ ਹਲਕਾ ਜਿਹਾ ਵੀ ਰੋਹ ਆਇਆ
ਉਹਨਾਂ ਤੇ ਥੋੜ੍ਹਾ ਜਿਹਾ ਵੀ ਪ੍ਰੈਸ਼ਰ ਆਇਆ, ਹੱਥ ਖੜੇ ਕਰਕੇ ਨਿਕਲ ਗਏ ਸੀ। ਉਹਨਾਂ ਪਾਰਟੀਆਂ ਨੂੰ ਵੀ ਤੁਸੀਂ ਰਾਜ ਕਰਵਾਤਾ। ਆਪਾਂ ਇਕੱਠੇ ਤਾਂ ਹੋਈਏ, ਈਗੋ ਤਾਂ ਛੱਡੀਏ, ਆਪਾਂ ਇਕੱਠੇ ਹੋ ਕੇ ਤੁਰੀਏ ਤਾਂ ਸਹੀ। ਕਿੱਧਰ ਜਾਣਾ? ਆਓ ਮੈਂ ਤੁਹਾਡੇ ਨਾਲ ਲੱਗਦਾ, ਦੱਸੋ। ਪਰ ਫੈਸਲਾ ਸਾਰੇ ਪੰਜਾਬ ਦਾ ਇੱਕ ਹੋਊਗਾ, ਸਾਰੇ ਪੰਜਾਬ ਦਾ ਇੱਕ। ਤੁਰੇ ਸੀ ਨਾ ਤੁਸੀਂ ਇਕੱਠੇ ਹੋ ਕੇ, ਜਿੱਤ ਕੇ ਆਏ ਹੋ ਨਾ, ਭਾਵੇਂ ਸਾਲ ਲੱਗ ਗਿਆ, ਸਦੀਆਂ ਲੱਗ ਜਾਂਦੀਆਂ ਨੇ, ਕਈ ਸਦੀਆਂ ਲੱਗ ਜਾਂਦੀਆਂ ਨੇ। ਤੁਸੀਂ ਭਾਗਾਂ ਵਾਲੇ ਆ। ਸਾਡੇ ਜਨੂਨ ਨੂੰ, ਸਾਡੇ ਜਜ਼ਬਾਤਾਂ ਨੂੰ ਸਮਝਿਆ ਸੈਂਟਰ ਨੇ 1 ਸਾਲ 'ਚ। ਮੈਂ ਪਾਲਿਸੀਜ਼ ਦੱਸਦਾ, ਸਾਡੇ ਪੱਲੇ ਕੀ ਆ? ਸਾਡੇ ਪੱਲੇ ਸਿਹਤ ਹੈ, ਪੜ੍ਹਾਈ ਹੈ। ਮੈਂ ਇੱਕ ਗੱਲ ਕਰਦਾ ਤੁਹਾਡੇ ਨਾਲ, ਮੈਨੂੰ 2 ਮਿੰਟ ਦਾ ਮੌਕਾ ਚਾਹੀਦਾ ਜੀ। ਹਰ ਔਰਤ ਜਦੋਂ ਜੰਮਦੀ ਆ, ਕਹਿੰਦੇ ਨੇ ਉਹ ਕੱਚ ਜੰਮਦੀ ਹੈ, ਇੱਕ ਕੱਚ ਹੁੰਦਾ, ਤੇ ਉਹਨੂੰ ਸਮਾਜ ਦੇ ਠੇਕੇਦਾਰ ਫਿਰ ਤਰਾਸ਼ਦੇ ਨੇ, ਤੂੰ ਆ ਨਹੀਂ ਕਰਨਾ, ਸਿਰ ਨਹੀਂ ਕੱਜਣੋਂ ਹਟਣਾ, ਤੂੰ ਬਾਹਰ ਨਹੀਂ ਜਾਣਾ, ਅੰਦਰ ਨਹੀਂ ਜਾਣਾ, ਪੜ੍ਹਨਾ ਨਹੀਂ, ਲਿਖਣਾ ਨਹੀਂ, ਤੂੰ ਘਰ ਦਾ ਕੰਮ, ਦਰੀਆਂ। ਸਮੇਂ ਦੇ ਨਾਲ ਆਦਤਾਂ ਸਮਝਾਈਆਂ ਜਾਂਦੀਆਂ ਨੇ, ਤੇ ਉਹ ਜਦੋਂ ਫਿਰ ਵਿਆਹ ਕੇ ਮਾਂ ਬਣਦੀ ਹੈ, ਉਹ ਕੱਚ ਜੰਮਣੋਂ ਡਰਦੀ ਹੈ। ਸਾਡੀਆਂ ਧੀਆਂ ਸੁਰੱਖਿਅਤ ਨੇ? ਕਿ ਤੁਸੀਂ ਸਿਆਣੇ ਸੂਝਵਾਨ ਮਾਂ-ਬਾਪ ਅੱਜ ਜਿਹੜੀ ਧੀ ਨੂੰ ਜੰਮ ਕੇ ਪਾਲਿਆ ਜਾਂ ਪੁੱਤ ਨੂੰ ਜੰਮ ਕੇ ਪਾਲਿਆ 20 ਸਾਲਾਂ ਦੇ ਨੂੰ ਕਰਕੇ, ਜਿਹਨੂੰ ਕੁੰਡੀ ਖੋਲ੍ਹਣ ਵਾਸਤੇ ਨਹੀਂ ਸੀ ਤੁਸੀਂ ਵਿਹੜੇ ਵਾਲੀ ਜਾਣ ਦਿੰਦੇ, ਜਿਹੜੇ ਪੁੱਤ ਨੂੰ ਤੁਸੀਂ ਆਥਣੇ ਦਿਨ ਛਿਪਣ ਤੋਂ ਪਹਿਲਾਂ ਚਾਹੁੰਦੇ ਹੋ ਘਰ ਆ ਜਾਵੇ, ਉਹਨੂੰ ਤੁਸੀਂ ਵੀਜ਼ਾ ਲਵਾ ਕੇ 18 ਸਾਲ ਦੇ ਨੂੰ, 20 ਸਾਲ ਦੇ ਨੂੰ ਕਿਸੇ ਬਾਹਰਲੇ ਮੁਲਕ ਭੇਜਦੇ ਹੋ ਜਿੱਥੇ ਤੁਹਾਡਾ ਕੋਈ ਨਹੀਂ। ਕਿਹਦੇ ਸਹਾਰੇ ਭੇਜਦੇ ਹੋ? ਫਿਰ ਤੁਸੀਂ ਕਹਿ ਦਿੰਦੇ ਹੋ ਹੌਲੀ ਦਣੇ, ਸਾਡੀ ਲਾਡੋ ਹੁਣ ਬਾਹਰ ਚਲੀ ਗਈ, ਸੌਖੇ ਹੋ ਗਏ। ਸਾਡੀ ਲਾਡੋ ਇੱਥੇ ਕਿਉਂ ਨਹੀਂ ਰਹਿ ਸਕਦੀ? 75 ਸਾਲ ਦੇ ਸੋਨੇ ਦੀ ਚਿੜੀ ਤੁਸੀਂ ਲੱਕੜ ਦੀ ਚਿੜੀ ਕਰਤੀ ਇਹਨਾਂ ਨੇ। ਉਹਦੇ ਵੀ ਲੱਕੜ ਦੀ ਚਿੜੀ ਦੇ ਵੀ ਪਰ ਚੁੰਝ ਤੇ ਪਹੁੰਚੇ ਕੱਟੇ ਪਏ ਨੇ। ਤੁਹਾਨੂੰ ਸਮਝ ਹੀ ਨਹੀਂ ਆਈ? ਅਸੀਂ ਈਗੋ 'ਚ ਹੀ ਫਸੇ ਪਏ ਆ। ਸਾਨੂੰ ਜੇ ਮੈਂ ਗੱਲ ਕਰਾਂ ਧਰਮ ਦੀ, ਤਾਂ ਆਓ ਆਪਾਂ ਧਾਰਮਿਕ ਗੱਲਾਂ ਕਰਾਂਗੇ। ਜੇ ਸਮਾਜ ਦੀ ਗੱਲ ਕਰਨੀ, ਆਓ ਆਪਾਂ ਸਮਾਜ ਦੀ ਗੱਲ ਕਰਾਂਗੇ। ਮਿਕਸ ਨਾ ਕਰੋ ਮੇਰੇ ਨਾਲ ਗੱਲ, ਇੱਕ ਤੋਂ ਇੱਕ ਹੀ ਕਰੋ। ਹੁਣ ਪੰਜਾਬ ਦੀ ਸਿਆਸਤ ਦੀ ਗੱਲ ਕਰ ਰਹੇ ਹਾਂ। ਮੈਂ ਗੱਲ ਪੰਜਾਬ ਦੇ ਸਿਆਸਤ ਦੀ ਕਰ ਰਿਹਾ। ਮੈਂ ਬੀਜੇਪੀ ਨੂੰ 3 ਮਹੀਨੇ ਪਹਿਲਾਂ ਜੁਆਇਨ ਕਰ ਜਾਣਾ ਚਾਹੀਦਾ ਸੀ, ਕਰ ਸਕਦਾ ਸੀ, ਕਰਨ ਵਾਸਤੇ ਪ੍ਰੈਸ਼ਰ ਸੀ, ਪਰ ਮੈਂ ਕੀਤੀ ਨਹੀਂ। ਕਿਉਂਕਿ ਜੇ ਮੈਂ ਪਹਿਲਾਂ ਕਰਦਾ ਤਾਂ ਸਵਰਨ ਬਾਈ ਮੈਨੂੰ ਇਲੈਕਸ਼ਨ ਲੜਨੀ ਪੈਣੀ ਸੀ, ਤੇ ਮੇਰੀ ਔਕਾਤ ਨਹੀਂ ਹੈ, ਨਾ ਮੇਰੇ ਕੋਲੇ ਪੈਸੇ ਨੇ, ਨਾ ਮੇਰੇ ਕੋਲੇ ਟੀਮ ਹੈ, ਨਾ ਮੇਰੇ ਕੋਲੇ ਸੋਝੀ ਹੈ ਕਿ ਇਲੈਕਸ਼ਨ ਕਿਵੇਂ ਲੜਨੀ ਹੈ। ਕਿਉਂਕਿ ਮੈਂ ਤਾਂ ਇਲੈਕਸ਼ਨ ਲੜਨ ਨਹੀਂ ਆਇਆ। ਮੈਂ ਹਾਲੇ ਤਾਂ ਪੰਜਾਬ ਦਾ ਜਿਹੜਾ ਕਿਸਾਨ ਆਪਦੀ ਜੱਟ ਵੱਟ ਤੇ ਬੈਠਾ, ਉਹਦੀ ਸਹੀ ਮੰਗ PM ਹਾਊਸ ਤੇ PM ਹਾਊਸ ਦੀ ਸਹੀਆਂ ਪਾਲਿਸੀਜ਼ ਪੰਜਾਬ ਤੱਕ ਲਿਆਉਣ ਦੀ ਜੁਰਤ ਕਰ ਰਿਹਾ। ਕੀ ਸਿਰਫ ਤੇ ਸਿਰਫ ਬੀਜੇਪੀ ਇਹੋ ਜਿਹੀ ਪਾਰਟੀ ਤੁਹਾਨੂੰ ਲੱਗੀ ਜਿਹੜੀ ਕਿ ਪੰਜਾਬ ਦੇ ਮਸਲੇ ਹੱਲ ਕਰਦੀ ਹੈ? ਕੋਈ ਹੋਰ ਪਾਰਟੀ ਨਹੀਂ, ਜਾਂ ਕਿਸੇ ਹੋਰ ਨੇ ਪਹੁੰਚ ਨਹੀਂ ਕੀਤੀ? ਪੰਜਾਬ ਮੇਰੇ ਪਾਰਟੀ ਸਾਰੀਆਂ ਨੇ ਪਹੁੰਚ ਕੀਤੀ ਹੈ, ਸਾਰੀਆਂ ਪਾਰਟੀਆਂ ਨੇ ਮੇਰੇ ਵਾਸਤੇ ਪਹੁੰਚ ਕੀਤੀ ਹੈ। ਪਰ ਮੈਂ ਇੱਕ ਗੱਲ ਦੱਸ ਦਿਆਂ ਕਿ ਸੈਂਟਰ ਗਵਰਨਮੈਂਟ ਅੱਜ ਬੀਜੇਪੀ ਦੀ ਹੈ, ਔਰ ਪੰਜਾਬ ਦੇ ਵਿੱਚ ਕਦੇ ਵੀ ਬੀਜੇਪੀ ਨਹੀਂ ਆਈ। ਬਾਕੀ ਦਿਆਂ ਨੂੰ ਅਸੀਂ 75 ਸਾਲ ਹੋ ਗਏ। ਮੈਂ ਤਾਂ ਕਹੀ ਜਾਂਦਾ 75 ਸਾਲ ਕਾਂਗਰਸ ਅਕਾਲੀ ਦਲ, ਕਾਂਗਰਸ ਅਕਾਲੀ ਦਲ, ਕਮਿਊਨਿਸਟ ਆ ਗਏ, ਆਮ ਆਦਮੀ ਵਾਲੇ ਵੀ ਆ ਗਏ। ਆਮ ਆਦਮੀ ਵਾਲਿਆਂ ਨੂੰ ਵੀ ਬਹੁਤ ਸੀਟਾਂ ਮਿਲੀਆਂ ਸੀ ਜਦੋਂ MP ਜਿੱਤ ਕੇ ਗਏ ਸੀਗੇ। ਪਰ ਉਹ MP ਗਾਂਧੀ ਸਾਹਿਬ ਦਾ ਮੈਂ ਪ੍ਰੇਜ਼ ਕਰਦਾ ਪਿੱਠ ਪਿੱਛੇ ਅੱਜ ਇਸ ਚੈਨਲ ਰਾਹੀਂ, ਕਿ ਗਾਂਧੀ ਸਾਹਿਬ, ਮੈਂ ਪਟਿਆਲੇ ਰਹਿਣਾ, ਉਹਨਾਂ ਨੇ, ਧਰਮਵੀਰ ਗਾਂਧੀ ਜੀ ਨੇ ਆਪਦਾ ਕਲੀਨਿਕ ਬੰਦ ਕਰਕੇ ਪਿੰਡੋਂ ਪਿੰਡ ਜਾ ਕੇ ਲੋਕਾਂ ਦੀ ਸਿਹਤ ਦੇ ਨਾਲ ਹੁੰਦਾ ਖਲਵਾੜ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਕੇਜਰੀ ਸਾਹਿਬ ਕਹਿੰਦੇ ਉਹ ਚੋਰ ਹੈ। ਖਾਲਸਾ ਜੀ MP, ਉਹ ਡਿਪਲੋਮੈਟ ਦੀ ਜੌਬ ਛੱਡ ਕੇ ਜਿੱਤ ਕੇ ਜਦੋਂ ਕੰਮ ਕਰਨ ਲੱਗੇ ਇਲਾਕੇ 'ਚ, ਕੇਜਰੀਵਾਲ ਸਾਹਿਬ ਫੇਰ ਕਹਿੰਦੇ ਉਹ ਤਾਂ ਚੋਰ ਹੈ। ਹੁਣ ਲੋਕ ਕਹਿੰਦੇ 2.5 ਕਰੋੜ ਦੀਆਂ ਟਿਕਟਾਂ ਵੇਚ ਕੇ ਚਲੇ ਗਿਆ। ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਕਿ ਬੀਜੇਪੀ 'ਚ ਮਾੜਾ ਕੀ ਇਹਨਾਂ ਦਾ ਦੇਖ ਕੀ ਲਿਆ। ਕੇਜਰੀਵਾਲ ਸਾਹਿਬ ਦਾ ਤਾਂ ਆਪਾਂ ਦੇਖਿਆ, ਦਿੱਲੀ ਆਓ ਦਰਸ਼ਕੋ, ਕਦੇ ਦਿੱਲੀ ਆਏ ਹੋ, ਵਿਦੇਸ਼ੀ NRI ਭਰਾ ਉੱਥੇ ਉਤਰਦੇ ਨੇ ਪਰਿਵਾਰ ਸਾਡੇ, ਉੱਥੇ ਇੱਕ ਗੁਲਾਬੀ ਠੇਕੇ ਬਣਾਏ ਹੋਏ ਨੇ, ਪਿੰਕ ਲਿਕਰ ਸਟੋਰ, ਜਿੱਥੇ ਸਾਡੀਆਂ ਧੀਆਂ ਭੈਣਾਂ ਬੀਬੀਆਂ ਜਾ ਕੇ ਸ਼ਰਾਬ ਪੀ ਸਕਦੀਆਂ ਨੇ। ਉਹ ਮਰਦ ਨੂੰ, ਗੈਰ ਮਰਦ ਨੂੰ ਵੀ ਲਿਜਾ ਸਕਦੀਆਂ ਨੇ। ਸੋ ਇਹ ਨਸ਼ਾ ਮੁਕਤ ਕਰਨਾ ਇਹਨੇ ਪੰਜਾਬ ਉੱਥੋਂ। ਨਹੀਂ, ਪਰ ਮੇਰਾ ਇੱਕ ਹੋਰ ਸਵਾਲ ਆ ਵੀ ਚਲੋ ਇਸ ਵੇਲੇ ਬੀਜੇਪੀ ਦਾ ਸਾਥਣ 2 ਪਾਰਟੀਆਂ ਨਾਲ ਗੱਠਜੋੜ ਆ, 3 ਪਾਰਟੀਆਂ ਰਲ ਕੇ ਚੋਣ ਲੜ ਰਹੀਆਂ, ਪਰ ਪੰਜਾਬ ਦੇ ਵਿੱਚ 10 ਸਾਲ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਆ, ਬੀਜੇਪੀ ਗੱਠਜੋੜ ਦੇ ਵਿੱਚ ਤਾਂ ਉਦੋਂ ਵੀ ਰਹੀ ਆ, ਤੇ ਮਸਲੇ ਉਦੋਂ ਵੀ ਹੱਲ ਹੋਣੇ ਚਾਹੀਦੇ ਸੀ। ਫਿਰ 1986 ਦੇ ਵਿੱਚ ਇੱਕ NDPS ਐਕਟ ਦੇ ਵਿੱਚ ਸੁਧਾਰ ਹੋਇਆ।
ਨਸ਼ਿਆਂ ਦੇ ਐਕਟ ਦੇ ਵਿੱਚ 249 ਗ੍ਰਾਮ ਤੁਹਾਡਾ ਜਿਹੜਾ ਨਸ਼ਾ ਹੈ ਉਹ ਤੁਸੀਂ ਆਪ ਦੇ ਵਾਸਤੇ ਵਰਤਦੇ ਹੋ, 251 ਗ੍ਰਾਮ ਤੁਸੀਂ ਵੇਚਣ ਵਾਸਤੇ ਵਰਤਦੇ ਹੋ। ਅੱਜ ਤੱਕ 7 ਸਾਲ 8 ਸਾਲ ਹੋ ਗਏ ਸੈਂਟਰ ਗਵਰਨਮੈਂਟ ਨੂੰ ਫਾਈਲ ਮੰਗਾਉਂਦਿਆਂ ਨੂੰ, ਉਸ NDPS ਐਕਟ ਦੀ ਇਹਨਾਂ ਨੇ ਫਾਈਲ ਨਹੀਂ ਤੋਰੀ ਤਾਂ ਕਿ ਉਹ 1 ਗ੍ਰਾਮ ਨੂੰ ਵੀ ਕਹਿੰਦੇ ਅਸੀਂ ਨਜਾਇਜ਼ ਕਰਾਰ ਦੇ ਦਈਏ। ਹੁਣ 10 ਗ੍ਰਾਮ ਅਗਲਾ ਜੇਬ 'ਚ ਪਾਉਂਦਾ, ਹਰ ਮੋੜ ਤੇ ਚਿੱਟਾ ਵਿਕਦਾ। ਤੁਹਾਡੇ 7 ਪੁੱਤਾਂ ਨੂੰ ਮਾਰ ਕੇ ਸੌਂਦੇ ਨੇ ਉਹ, ਨਾਲੇ 50,000 ਰੁਪਇਆ ਕਮਾ ਕੇ ਸੌਂਦਾ ਬੰਦਾ। ਕਿਵੇਂ ਬੰਦ ਹੋਊਗਾ ਨਸ਼ਾ? ਨਸ਼ਾ ਮੁਕਤ ਕਰੋਗੇ ਕਿਵੇਂ ਤੁਸੀਂ, ਜਿੰਨਾ ਚਿਰ ਤੁਸੀਂ ਫਾਈਲਸ ਨਹੀਂ ਭੇਜਦੇ, ਸੈਂਟਰ ਗਵਰਨਮੈਂਟ ਦੀ ਏਡ ਨਹੀਂ ਆਉਂਦੀ। 3 ਲੱਖ ਕਰੋੜ ਰੁਪਇਆ ਸਾਡੇ ਸਿਰ ਤੇ ਕਰਜ਼ਾ ਸਰ, 20,000 ਕਰੋੜ ਅਸੀਂ ਵਿਆਜ ਭਰਦੇ ਹਾਂ। ਅਸੀਂ ਸ਼ਾਹੂਕਾਰੇ 'ਚ ਲੈਸਾਂ ਦੇਸਾਂ ਹੁੰਦਾ ਹੈ। ਜੇ ਮੇਰਾ ਸ਼ਾਹੂਕਾਰ ਵਿਆਜ ਛੱਡਣਾ ਚਾਹੂਗਾ ਤਾਂ ਛੱਡੂਗਾ, ਨਹੀਂ ਛੱਡੂਗਾ। ਦੀਪ ਸਿੱਧੂ ਦੀ ਮੌਤ ਹੋਈ ਹੈ, ਬਹੁਤ ਦੁੱਖ ਹੋਇਆ, ਹਰ ਪੰਜਾਬੀ ਨੂੰ ਦੁੱਖ ਹੋਇਆ। ਜੋਬਨ ਰੁੱਤੇ ਤੁਰ ਗਿਆ, ਪਰ ਮੌਤ ਤੋਂ ਪਹਿਲਾਂ ਉਹਨਾਂ ਨੇ ਵੀ ਤੁਹਾਡੇ ਬਾਰੇ ਗੱਲ ਕਹੀ ਹੈ। ਉਹ ਕਹਿੰਦੇ ਵੀ ਮਾਰਚ ਦੇ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨੀ ਸੀ, ਗਲਤ ਫੈਸਲਾ ਕੀਤਾ, ਫਿਲਮ 'ਚੋਂ ਕੱਢਿਆ। ਨਿਸ਼ਬਦਾ ਮੇਰਾ ਪੁੱਤਾਂ ਵਰਗਾ ਯਾਰ, ਮੇਰਾ ਭਰਾ ਛੋਟਾ, ਮੈਨੂੰ ਬਹੁਤ ਮਾਣ ਸੀ। ਦੀਪ, ਪਤਾ ਨਹੀਂ ਰੱਬ ਨੂੰ ਕਿੰਨੀ ਕੁ ਲੋੜ ਸੀ ਤੇਰੀ, ਤੂੰ ਜਿੱਥੇ ਵੀ ਰਹੇ ਦਾਤਾ ਤੈਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਸਵਰਗ ਦੇ ਦਰਵਾਜ਼ੇ ਖੋਲ੍ਹ ਕੇ ਰੱਖੇ। ਤੇਰੀ ਇੱਕੋ ਸੋਚ ਮੈਂ ਲੋਕਾਂ ਨਾਲ ਸਾਂਝੀ ਕਰ ਰਹਿਣਾ ਕਿ ਦੀਪ ਸਿੱਧੂ ਨੂੰ ਤੁਸੀਂ ਕਿਸੇ ਵੀ ਧਰਮ ਦੇ ਨਾਮ ਤੇ, ਕਿਸੇ ਵੀ ਰੱਬ ਦੇ ਨਾਮ ਤੇ ਪ੍ਰਸਾਦ ਦੇ ਦਿਓ, ਕਿਸੇ ਵੀ ਰੂਪ 'ਚ। ਮੰਨ ਲਓ ਇੱਕ ਲੱਡੂਆਂ ਦਾ ਪ੍ਰਸਾਦ ਦੇਤਾ, ਜੇ ਕਿਸੇ ਦੇ ਹੱਥ 'ਚੋਂ ਦੀਪ ਸਿੱਧੂ ਦੇ ਸਾਹਮਣੇ ਉਹ ਪ੍ਰਸਾਦ ਡਿੱਗਦਾ ਸੀ, ਉਹ ਬੇਅਦਬੀ ਤੇ ਇੰਨਾ ਡਿੱਗ ਜਾਂਦਾ ਸੀ, ਗੁੱਸਾ ਹੋ ਜਾਂਦਾ ਸੀ। ਉਹ ਇੰਨਾ ਭਾਵੁਕਤਾ ਭਰਿਆ ਇਨਸਾਨ ਸੀ। ਮੇਰੇ ਘਰ ਆਉਂਦਾ ਸੀ, ਬਹੁਤ ਅੱਛਾ ਦੋਸਤ ਸੀ। ਸਾਡੀ ਗੱਲ ਹੀ ਨਹੀਂ ਹੋਈ ਨਾ BJP ਜੁਆਇਨ ਕਰਨ ਤੋਂ ਪਹਿਲਾਂ ਤੇ ਨਾ ਬਾਅਦ 'ਚ। ਪਰ ਮੈਂ ਅੱਜ ਮੇਰਾ ਦੁੱਖ ਜਾਣੀਏ ਕਿ 1987 'ਚ ਮੇਰਾ ਸਕਾ ਭਰਾ ਮੇਰੇ ਤੋਂ 2.5 ਸਾਲ ਵੱਡਾ ਗੁਰਪ੍ਰੀਤ ਸਿੰਘ ਇੱਕ ਕਾਰ ਐਕਸੀਡੈਂਟ 'ਚ ਡੈਥ ਹੋ ਗਈ ਸੀ। ਜਦੋਂ ਦੀਪ ਮੈਨੂੰ ਮਿਲਿਆ ਪਹਿਲੀ ਵਾਰ, ਕਿੰਨੇ ਸਾਲ ਪਹਿਲਾਂ? ਜੋਰਾ 10 ਨੰਬਰੀਆ ਦੀ ਸ਼ੂਟਿੰਗ ਤੇ ਜਦੋਂ ਮਿਲਿਆ, ਉਦੋਂ ਅਸੀਂ ਗੱਲਾਂ ਸਾਂਝੀਆਂ ਕੀਤੀਆਂ, ਜੱਫੀ ਪਾਈ। ਕਹਿੰਦਾ ਬਾਈ ਜੀ, ਹਾਂ ਤਾਂ 84 ਦਾ ਜੰਮਿਆ ਤੁਹਾਡੇ ਪੁੱਤਾਂ ਵਰਗਾ, ਪਰ ਮੈਨੂੰ ਗੁਰਪ੍ਰੀਤ ਹੀ ਸਮਝ ਲਿਓ। ਮੈਂ ਉਹਨੂੰ ਮਾਣ ਵੀ ਉਹੀ ਦਿੱਤਾ। ਇਹ ਟੀਮ, ਚਾਹੇ ਬਾਈ ਅਮਰਦੀਪ ਗਿੱਲ ਨੇ, ਚਾਹੇ ਹਰਪ੍ਰੀਤ ਦੇਵਗਨ ਹੈ, ਮੀਨ ਧੋਨੀ ਨੇ, ਸਿਮਰ ਬਾਈ ਹੈ, ਬ੍ਰਦਰ ਹੈ ਉਹਦਾ ਮਨਦੀਪ, ਸਾਰਿਆਂ ਨੂੰ ਪਤਾ ਮੈਂ ਉਹਦੇ ਨਾਲ ਵਰਤਦਾ ਰਿਹਾ, ਜਿੱਥੇ ਵੀ ਖੜਾਇਆ ਉਹਨੇ ਖੜਿਆ। ਪਰ ਅੱਜ ਮੈਂ ਸਹੀ 3:30 ਵਜੇ ਲੁਧਿਆਣੇ ਪਹੁੰਚ ਗਿਆ ਸੀ, ਮੈਨੂੰ ਸੰਸਕਾਰ ਤੇ ਜਾਣ ਨਹੀਂ ਦਿੱਤਾ। ਤੁਸੀਂ ਸੰਸਕਾਰ ਤੇ ਜਾਣਾ ਚਾਹੁੰਦੇ ਸੀ, ਮੈਂ ਜਾਣਾ ਪਰ ਜਾਣ ਨਹੀਂ ਦਿੱਤਾ। ਕਿਹਨੇ ਨਹੀਂ ਜਾਣ ਦਿੱਤਾ? ਮੈਨੂੰ ਥ੍ਰੈਟ ਹੈ ਜਾਂ ਮੈਨੂੰ CID ਵਾਲਿਆਂ ਨੇ ਕਿਹਾ ਕਿ ਨਹੀਂ ਜਾਣਾ। ਕਿਉਂ? ਤੈਨੂੰ ਥ੍ਰੈਟ ਹੈ। ਇਹ ਥ੍ਰੈਟ ਵਾਲੀ ਕਿਹੜੀ ਗੱਲ ਹੋ ਸਕਦੀ? ਥ੍ਰੈਟ ਵਾਲੀ ਗੱਲ ਵੀ ਤੂੰ BJP ਜੁਆਇਨ ਕਰ ਗਿਆ, ਅਸੀਂ ਤੈਨੂੰ ਕੁੱਟਾਂਗੇ, ਮਾਰਾਂਗੇ, ਬੇਇੱਜ਼ਤੀ ਕਰਾਂਗੇ। ਠੀਕ ਹੈ ਨਾ ਜੀ। ਮੈਂ ਇੱਕ ਇਨਸਾਨ ਵੀ ਹਾਂ ਨਾ, ਇੱਕ ਆਮ ਇਨਸਾਨ ਹਾਂ ਮੈਂ। ਮੇਰੇ ਕੋਲ ਕਿਹੜਾ ਕੋਈ ਸਿਕਿਉਰਿਟੀ ਹੈ ਜਾਂ ਮੇਰੇ ਕੋਲ ਕੋਈ ਉਹ ਨੇ। ਫਿਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਆਪਣੇ ਯਾਰ ਦਾ ਦਿਲ ਤੋੜਤਾ? ਸਿਆਸੀ ਤੌਰ ਦੇ ਉੱਤੇ ਜੇ ਉਹਦਾ ਯਾਰ ਦਾ ਦਿਲ ਟੁੱਟਿਆ ਸੀ ਤਾਂ ਮਾੜੀ ਗੱਲ ਹੈ, ਉਹਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਕਿਉਂਕਿ ਜਿਸ ਦਿਨ ਉਹ ਮੇਰੇ ਕੋਲੇ ਆਇਆ ਸੀ, ਕਾਨੂੰਨ ਪਾਸ ਹੋਏ ਨੇ, ਤੀਸਰੇ ਦਿਨ 3 ਦਿਨ ਪਹਿਲਾਂ ਉਹ ਮੇਰੇ ਕੋਲੇ ਆਉਂਦਾ, ਮੈਨੂੰ ਗੱਲ ਕਰਦਾ ਕਿ 200 ਕੁਛ ਮਹਾਰਾਜ ਦੇ ਸਰੂਪ ਗਾਇਬ ਹੋਏ ਨੇ, ਉਹਨਾਂ ਵਾਸਤੇ ਆਪਾਂ ਇੱਕ ਐਜੀਟੇਸ਼ਨ ਵਿੱਢਣਾ ਹੈ। ਮਹਾਦੀਪ, ਦਿੱਖ 'ਚ ਪੂਰੇ ਤੂੰ ਵੀ ਨੀਗਾ, ਦਿੱਖ 'ਚ ਮੈਂ ਵੀ ਨੀਗਾ, ਭਾਵਨਾਵਾਂ ਤੇਰੀਆਂ ਦੀ ਮੈਂ ਕਦਰ ਕਰਦਾ, ਜਾਨ ਮੰਗ ਲਈ ਹਾਜ਼ਰ ਹਾਂ, ਮੈਂ ਤੇਰੇ ਨਾਲ ਖੜਾ, ਚੱਲ ਤੁਰ। ਫਿਲਮਾਂ ਜਦੋਂ ਤੋਂ ਹੁਣ ਤੱਕ ਮੈਂ ਉਹਦੀਆਂ 4 ਫਿਲਮਾਂ, ਰੰਗ ਪੰਜਾਬ, ਜੋਰਾ 10 ਨੰਬਰੀਆ, 10 ਨੰਬਰੀਆ 2 ਜੋਰਾ, ਤੇ ਇੱਕ ਫਿਲਮ ਸਾਡੀ ਅਧੂਰੀ ਹੈ, ਉਹਦਾ ਪਹਿਲਾ ਨਾਮ ਪਿੰਡ ਸੀ, ਫਿਰ ਬਾਅਦ 'ਚੋਂ ਅਸੀਂ ਦੇਸੀ ਕਰਤਾ ਸੀ। 4 ਫਿਲਮਾਂ 'ਚ ਮੈਂ ਪੈਸਾ ਨਹੀਂ ਲਿਆ, ਮੈਂ ਕੋਈ ਅਹਿਸਾਨ ਨਹੀਂ ਕੀਤਾ ਉਹਦੇ ਸਿਰ। ਉਹ ਮੇਰਾ ਭਰਾ ਆ, ਮੇਰਾ ਮੁਹੱਬਤ ਸੀ ਉਹਨੂੰ, ਜਨੂਨ ਤੱਕ ਮੈਂ ਉਹਨੂੰ ਪਿਆਰ ਕਰਦਾ ਸੀ। ਮੈਂ ਚਾਹੁੰਦਾ ਸੀ ਉਹਨੂੰ ਪਟਿਆਲੇ ਇੱਕ ਸਪੈਸ਼ਲ ਥਾਂ ਸੀ, ਉੱਥੇ ਰਹਿਣਾ ਬਹੁਤ ਚੰਗਾ ਲੱਗਦਾ ਸੀ। ਉਹ ਮੇਰੇ ਘਰ ਤੋਂ 3 ਮਿੰਟ ਦੀ ਦੂਰੀ 'ਤੇ। ਮੈਂ ਉਹਨੂੰ ਹਰ ਰੋਜ਼ ਮਿੰਨਤਾਂ ਕਰ ਬੁਲਾਉਂਦਾ ਸੀ, ਯਾਰ ਦੀਪ ਘਰੇ ਆ। ਆਉਂਦਾ ਸੀ ਅਤੇ ਉਹਦੀਆਂ ਗੱਲਾਂ ਮੈਂ ਕਈ ਚਿਰ ਕਰ ਸਕਦਾ ਬੈਠ ਕੇ। ਪਰ ਮੈਨੂੰ ਜਾਣੋ, ਮੈਨੂੰ ਮੇਰੇ ਬਾਰੇ ਸੋਚੋ ਕਦੇ। ਜਿਵੇਂ ਕਹਿੰਦੇ ਨੇ, ਮੇਰੀ ਜੁੱਤੀ 'ਚ ਆਪਦਾ ਪੈਰ ਪਾ ਕੇ ਦੇਖੋ ਅੱਜ, ਕਿ ਮੇਰਾ ਯਾਰ ਤੁਰ ਗਿਆ, ਮੇਰਾ ਭਰਾ ਤੁਰ ਗਿਆ, ਮੇਰੇ ਪੁੱਤਾਂ ਵਰਗਾ ਸੋਹਣਾ ਸੱਜਣ ਤੁਰ ਗਿਆ, ਜਿਹਦੇ ਮੈਂ ਆਖਰੀ ਦਰਸ਼ਨ ਕਰਨੇ ਚਾਹੁੰਦਾ ਸੀ। ਪਰ ਮੈਨੂੰ ਥ੍ਰੈਟ ਸੀ, CID ਨੇ ਰੋਕਿਆ ਗਿਆ, ਮੈਂ ਨਹੀਂ ਪਹੁੰਚਿਆ। ਪਰ ਤੁਸੀਂ
ਹਾਦਸੇ ਦੇ ਵਿੱਚ ਜਦੋਂ ਮੌਤ ਦੀ ਖਬਰ ਆਉਂਦੀ ਆ, ਫੇਸਬੁੱਕ ਤੇ ਲਾਈਵ ਹੁੰਨੇ ਆ ਕਿ ਦੀਪ ਮੈਂ ਆ ਰਿਹਾ, ਫਿਰ ਗਏ ਨਹੀਂ। ਜਦੋਂ ਮੈਨੂੰ ਪਹਿਲੀ ਖਬਰ ਮਿਲੀ ਤਾਂ ਸਿਮਰ ਦਾ ਮੈਨੂੰ ਫੋਨ ਆਇਆ, ਕਹਿੰਦਾ ਬਾਈ ਜੀ ਸਿਮਰ ਬੋਲਦਾ। ਮੈਂ ਕਿਹਾ ਸਿਮਰ ਦੱਸ। ਮੈਂ ਮਲੇਰਕੋਟਲੇ ਬੈਠਾ ਸੀ। ਕਹਿੰਦਾ ਬਾਈ ਜੀ ਦੀਪ ਦਾ ਐਕਸੀਡੈਂਟ ਹੋ ਗਿਆ KMPL ਤੇ। ਮੈਂ ਕਿਹਾ ਕੀ ਹਾਲ ਆ? ਕਹਿੰਦਾ ਰਿਸਪੌਂਡ ਨਹੀਂ ਕਰ ਰਿਹਾ। ਮੈਂ ਕਿਹਾ ਮੈਂ ਤੁਰਦਾ। ਉੱਦਾਂ ਠੀਕ ਹੈ? ਕਹਿੰਦਾ ਹਾਂ ਹਾਲੇ ਕੋਈ ਖਬਰ ਨਹੀਂ ਆਈ, ਬਸ ਇੰਨਾ ਹੀ ਹੈ ਕਿ ਉਹਨੂੰ ਹੌਸਪੀਟਲ ਪਹੁੰਚਾਤਾ, ਕਿਸੇ ਸਿਵਲ ਹੌਸਪੀਟਲ 'ਚ ਹੈ, ਬਸ ਇੰਨਾ ਹੀ ਕਿਹਾ ਉਹਨੇ। ਰੋ ਪਿਆ। ਮੈਂ ਕਿਹਾ ਤੂੰ ਕਾਰ ਕੌਣ ਚਲਾ ਰਿਹਾ? ਕਹਿੰਦਾ ਕੋਈ ਹੋਰ ਚਲਾ ਰਿਹਾ। ਮੈਂ ਕਿਹਾ ਤੂੰ ਪਹੁੰਚ, ਮੈਂ ਆਉਣਾ। ਮੈਂ ਇੱਕਦਮ ਲਾਈਵ ਹੋਇਆ। ਮੈਂ ਕਿੰਨੀ ਕੁ ਵਾਰੀ ਲਾਈਵ ਹੋਇਆ, ਮੇਰੀ ਫੇਸਬੁੱਕ ਦੇਖ ਲਿਓ। ਮੈਂ ਲਾਈਵ ਹੋਇਆ, ਲੋਕਾਂ ਨੂੰ ਅਪੀਲ ਕੀਤੀ ਕਿ ਮੇਰਾ ਯਾਰ ਆ, ਪੁੱਤ ਆ, ਮੇਰਾ ਭਰਾ ਆ, ਉਹਦੇ ਵਾਸਤੇ ਦੁਆਵਾਂ ਕਰੋ ਅਤੇ ਦੀਪ ਮੈਂ ਆ ਰਿਹਾ। ਮੈਂ ਉਸ ਤੋਂ ਬਾਅਦ ਮੈਨੂੰ ਨੀਤਿਕਾ ਸਾਡੀ ਪ੍ਰੈਸ ਰਿਪੋਰਟਰ ਹੈ ਚੰਡੀਗੜ੍ਹ ਤੋਂ, ਉਹਦਾ ਫੋਨ ਆਇਆ, ਕਹਿੰਦੀ ਬਾਈ ਜੀ ਬਾਈ ਦੀ ਡੈਥ ਹੋ ਗਈ। ਫਿਰ ਮੈਨੂੰ ਸਿਮਰ ਨੇ ਕਿਹਾ ਬਾਈ ਆਇਓ ਨਾ, ਡੈਥ ਹੋ ਗਈ, ਕਨਫਰਮ ਹੈ, ਸਵੇਰੇ ਆਵਾਂਗੇ। ਸਵੇਰੇ ਮੈਂ ਉਹਨੂੰ, ਸਿਮਰ ਨਾਲ ਮੇਰੀ ਗੱਲ ਹੋਈ ਹੈ, ਪਰਿਵਾਰ ਨਾਲ ਗੱਲ ਹੋਈ ਹੈ, ਮੁਖੇ ਬਾਈ ਨਾਲ ਮੇਰੀ ਗੱਲ ਹੋਈ ਹੈ, ਟਿੱਕਾ ਸਿੱਧੂ ਨਾਲ ਗੱਲ ਹੋਈ ਹੈ। ਮੈਂ ਲੁਧਿਆਣੇ ਪਹੁੰਚ ਗਿਆ 3:30 4 ਵਜੇ, 4 ਸਵਾ 4 ਵਜੇ, 5 ਵਜੇ ਸੰਸਕਾਰ ਸੀ। ਅਤੇ ਜਦੋਂ ਮੈਨੂੰ ਹੁਣ CID ਦਾ ਮੈਨੂੰ ਤਾਂ ਮੇਰਾ ਤਾਂ ਕੱਦ ਬੁੱਤ ਹੀ ਹੈ ਨਹੀਂ ਬਾਈ ਜੀ। ਮੈਨੂੰ ਜਦ ਫੋਨ ਆਇਆ ਮੇਰੇ ਨਾਲ ਦੇ ਬੰਦਿਆਂ ਨੂੰ ਕਿ ਨਹੀਂ ਜਾਣਾ, ਤੁਸੀਂ ਉੱਥੇ ਜਾ ਰਹੇ ਹੋ? ਹਾਂਜੀ। ਨਹੀਂ ਜਾਣਾ, ਤੁਸੀਂ ਜਾਇਓ ਨਾ, ਖਤਰਾ ਤੁਹਾਡੇ ਲਈ। ਸੋ ਜਾਨ ਤਾਂ ਪਿਆਰੀ ਹੈ ਬਾਈ ਜੀ, ਮੈਨੂੰ ਇੱਜ਼ਤ ਵੀ ਪਿਆਰੀ ਹੈ, ਮਾਣ ਵੀ ਪਿਆਰਾ। ਮੈਂ ਦਰਦ ਮੈਨੂੰ ਇਹ ਜ਼ਿਆਦਾ ਵੱਡਾ ਕਿ ਮੈਂ ਉੱਥੇ ਜਾ ਨਹੀਂ ਸਕਿਆ। ਪਰ ਕਦੇ ਵੀ ਇਹ ਗੱਲ ਹੋਈ ਸੀ ਵੀ ਹੁਣ ਜਦੋਂ ਕਾਨੂੰਨ ਵਾਪਸ ਹੋ ਗਏ ਆ, ਜਦੋਂ ਹੁਣ ਕਿਸਾਨ ਘਰੋਂ ਘਰੀ ਆ ਗਏ ਆ, ਤਾਂ ਦੀਪ ਸਿੱਧੂ ਹੁਣ ਤਾਂ ਮੈਨੂੰ ਕਿਤੇ ਵੀ ਜਾਣਾ ਚਾਹੀਦਾ? ਜਾਂ ਕਦੇ ਜੇਕਰ ਤੁਹਾਡੀ ਇੰਨੀ ਨੇੜਤਾ ਵੀ ਕਦੇ ਕੋਈ ਮਸ਼ਵਰਾ ਕੀਤਾ ਹੋਵੇ, ਕਦੇ ਕੋਈ ਸਲਾਹ ਲਈ ਦਿੱਤੀ ਹੋਵੇ ਵੀ ਆਪਾਂ ਚਾਹੁੰਦਾ ਕਿ ਮੈਂ ਰਾਜਨੀਤਿਕ ਉਡਾਰੀ ਮਾਰਾਂ, ਵੀ ਕਿਵੇਂ ਕਰਨਾ ਚਾਹੀਦਾ? ਮੇਰੇ ਵੱਲੋਂ ਹਾਂ, ਦੀਪ ਸਿੱਧੂ ਨਾਲ ਮੇਰੀ ਗੱਲ ਹੋਈ ਸੀ ਜੀ। ਇੱਕ ਦਿਨ ਮੋਗੇ ਦੇ ਕੋਲੇ, ਫਰੀਦਕੋਟ ਕੋਲੇ ਪਿੰਡ ਹੈ, ਚੁੱਪ ਕੀਤੀ। ਚੁੱਪ ਕੀਤੀ 'ਚ ਕੋਈ ਪ੍ਰੋਗਰਾਮ ਸੀ, ਕ੍ਰਿਕਟ ਟੂਰਨਾਮੈਂਟ ਸੀ, ਐਂਡ ਮੈਨੂੰ ਦੀਪ ਸਿੱਧੂ ਦਾ ਫੋਨ ਆਇਆ ਕਿ ਤੂੰ ਚੁੱਪ ਕੀਤੀ ਟੂਰਨਾਮੈਂਟ 'ਚ ਜਾ ਕੇ ਆ, ਕਿਉਂਕਿ ਮੇਰੇ ਤੋਂ ਆ ਨਹੀਂ ਹੋਣਾ, ਮੇਰੀ ਹਾਜ਼ਰੀ ਤੂੰ ਭਰਾ। ਮੈਂ ਭਰ ਕੇ ਆਇਆ ਹਾਜ਼ਰੀ, ਉੱਥੇ ਜਾ ਕੇ ਆਇਆ, ਲੋਕਾਂ ਨੂੰ ਮਿਲ ਕੇ ਆਇਆ। ਉਸ ਤੋਂ ਬਾਅਦ ਮੈਨੂੰ ਅਮਰਦੀਪ ਗਿੱਲ ਬਾਈ ਦਾ ਫੋਨ ਆਇਆ ਕਿ ਵੀਰ ਤੂੰ ਜੋਰਾ ਰੀਲੋਡਡ ਕਰ ਰਿਹਾ ਅਸੀਂ 5 ਮਾਰਚ ਤੋਂ, ਤੂੰ ਆਪਦੇ ਵਾਲਾਂ ਦਾ, ਮੁੱਛਾਂ ਦਾ, ਸਟਾਈਲ ਦਾ ਧਿਆਨ ਰੱਖੀ, ਆਪਾਂ ਉਹੀ ਤੇਜੇ ਔਲ ਖਾਲੀ ਲੁੱਕ ਰੱਖਣੀ ਆ। ਮੈਂ ਠੀਕ ਹੈ ਬਾਈ। ਮੈਂ ਉਹਨੂੰ ਫੋਟੋ ਵੀ ਭੇਜੀ ਹੈ ਬਾਈ ਅਮਰਦੀਪ ਨੂੰ। ਪਰ ਮੇਰੀ ਦੀਪ ਸਿੱਧੂ ਨਾਲ ਵਾਪਸ ਗੱਲ ਹੋਈ ਕਿ ਕਿਵੇਂ ਕਰਨਾ ਪੈਸਿਆਂ ਬਾਰੇ। ਮੈਂ ਕਿਹਾ ਕਮਲਾ ਹੋ ਗਿਆ ਤੂੰ, ਤੇ ਤੂੰ ਮੰਗੇ ਨੇ, ਲਏ ਨੇ। ਜ਼ਿੰਦਗੀ 'ਚ ਕਾਮਯਾਬ ਹੋ, ਤੂੰ ਫਿਲਮਾਂ 'ਚ ਆ, ਜਦੋਂ ਢੇਰ ਸਾਰੇ ਪੈਸੇ ਕਮਾ ਲਏਗਾ ਜਿੰਨੇ ਮਰਜ਼ੀ ਦੇ ਜੀ, ਮੈਂ ਨਾ ਨਹੀਂ ਕਰੂੰਗਾ, ਪਰ ਹੁਣ ਮੈਂ ਲੈਣੇ ਨਹੀਂ। ਬਾਈ ਜੀ ਕੁਛ ਤਾਂ ਹੁੰਦਾ? ਮੈਂ ਕਿਹਾ ਨਹੀਂ, ਕੁਛ ਨਹੀਂ ਹੁੰਦਾ, ਪਿਆਰ ਹੁੰਦਾ। ਥੈਂਕ ਯੂ ਬਾਈ, ਮੈਂ ਜਿੱਦਣ ਪਟਿਆਲੇ ਆਇਆ ਮਿਲੂੰਗਾ। ਇਹ ਆਖਰੀ ਲਫ਼ਜ਼ ਸੀ ਉਹਦੇ। ਦੀਪ ਸਿੱਧੂ ਅਮਰਗੜ੍ਹ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਪ੍ਰਚਾਰ ਕਰ ਰਹੇ ਆ, ਨਿੱਠ ਕੇ ਪ੍ਰਚਾਰ ਕਰ ਰਹੇ ਆ। ਅੱਜ ਉਹ ਸਾਰੀਆਂ ਵੀਡੀਓ ਲੋਕ ਸੁਣਦੇ ਆ, ਭਾਵੁਕ ਹੁੰਦੇ ਆ ਵੀ ਬੰਦਾ ਜਜ਼ਬਾਤੀ ਤੌਰ ਦੇ ਉੱਤੇ ਕਿਵੇਂ ਜੁੜਿਆ ਸੀ। ਆਪਦੇ ਯਾਰ ਦੀ, ਆਪਣੇ ਦੋਸਤ ਦੀ ਇਸ ਸੋਚ ਨੂੰ ਸਲਾਮਤ ਰੱਖਣ ਦੇ ਲਈ ਕੀ ਜਾ ਕੇ ਉੱਥੇ ਗੇੜਾ ਕੱਢੋਗੇ? ਮੇਰਾ ਅਮਰਗੜ੍ਹ ਦੇ ਕੌਂਸਟੀਚੁਐਂਸੀ 'ਚ ਪਿੰਡ ਪੈਂਦਾ ਬਾਈ ਜੀ। ਮੇਰਾ ਪਿੰਡ ਚਪੜੌਦਾ, 126 ਕੁ ਵੋਟਾਂ ਨੇ ਸਾਡੇ ਪਿੰਡ ਦੀਆਂ, ਛੋਟਾ ਜਿਹਾ ਪਿੰਡ ਹੈ। ਮੇਰੇ ਵੱਡੇ ਬਾਈ ਸਰਦਾਰ ਪ੍ਰਦੀਪ ਸਿੰਘ ਦਾ ਉੱਥੇ ਫਾਰਮ ਹਾਊਸ ਹੈ, ਔਰ ਮਾਨ ਸਾਹਿਬ ਦਾ ਦੋਤਾ ਉੱਥੇ ਹੀ ਰਹਿ ਰਿਹਾ ਹੈ। ਮਾਨ ਸਾਹਿਬ ਦਾ ਦੋਤਾ ਉਸੇ ਘਰ 'ਚ ਰਹਿ ਰਿਹਾ, ਮੇਰੇ ਸਕੇ ਭਰਾ ਦੇ ਘਰ 'ਚ। ਮੈਂ ਗਿਆ ਨਹੀਂ, ਮੇਰੇ ਕੋਲ ਸਮਾਂ ਨਹੀਂ ਸੀ। ਮੈਂ ਪਾਰਟੀ ਜੁਆਇਨ ਕੀਤੀ ਆ, ਮੈਂ ਉਹਦਾ ਅਨੁਸ਼ਾਸਨ ਕਦੇ ਨਹੀਂ ਤੋੜੂੰਗਾ। ਜਿਹਦਾ ਮੈਂ ਹੈਗਾ ਉਹਦਾ ਮੈਂ ਹੈਗਾ, ਨਿੱਠ ਕੇ ਹੈਗਾ। ਟੱਬਰ ਦੇ ਨਾਲ ਖੜੋਗੇ? ਬਿਲਕੁਲ ਖੜੂੰਗਾ, ਵੋਟ ਪਾਉਣ ਜਾਊਂਗਾ, ਜੇ ਸਮਾਂ ਮਿਲਿਆ ਤਾਂ ਵੋਟ ਪਾਉਣ ਜਾਊਂਗਾ, ਬਿਲਕੁਲ ਜਾਊਂਗਾ। ਟੱਬਰ ਦੇ ਨਾਲ ਖੜਾ, ਵੱਡਾ ਭਰਾ ਆ, ਮੈਂ ਉਹਦੇ ਗੋਡੀ ਹੱਥ ਲਾਉਣਾ। ਮੇਰੇ ਮਾਂ-ਬਾਪ ਤੋਂ ਬਾਅਦ ਮੇਰਾ ਭਰਾ ਤੇ ਭਰਜਾਈ ਮੇਰੇ ਮਾਂ-ਬਾਪ ਨੇ। ਮੇਰੇ ਬਾਪੂ ਜੀ ਜਿਉਂਦੇ ਨੇ ਹਲੇ, ਮਾਂ ਸਾਡੀ ਤੁਰ ਗਈ ਹੈ। ਬਿਲਕੁਲ ਖੜੂੰਗਾ ਪਰਿਵਾਰ ਨਾਲ। ਪਰ ਮੇਰੀ ਇੱਕ ਵਚਨਬੱਧਤਾ, ਮੈਂ ਕਦੇ ਫਿਲਮ ਇੰਡਸਟਰੀ ਕੀਤੀ ਹੈ, ਮੈਂ ਫਿਲਮ ਇੰਡਸਟਰੀ 'ਚ ਵੀ ਕਦੇ ਕਿਸੇ ਨਾਲ ਧੋਖਾ ਨਹੀਂ ਕਮਾਇਆ। ਜਿਹਦੇ ਮੈਂ ਦੇਣੇ ਨੇ ਪੈਸੇ ਬਾਈ ਜੀ, ਮੈਂ ਤਾਂ ਅਤਲਾ ਰੱਖਿਆ ਹੋਇਆ, ਅੱਡੀਆਂ 'ਤੇ ਲਾ ਕੇ ਕੰਜਰੀ ਬਣ ਕੇ ਅਗਲੇ ਦੇ ਦਰ 'ਤੇ ਨੱਚ ਕੇ ਆਉਣਾ ਅਤੇ ਰੌਲਾ ਪਾ ਕੇ ਆਉਣਾ, ਉਹ ਲੋਕੋ ਮੈਂ ਇਹਦੇ ਦੇਣੇ ਨੇ। ਪਰ ਵੀਰੇ ਮਾਫ਼ ਕਰਦੇ ਹੈ ਨਹੀਂ। ਜਿਹਦੇ ਲੈਣੇ ਨੇ, ਲੈਣ ਵਾਲੇ 'ਤੇ ਮੈਂ ਅੰਦਰ ਵੜ ਕੇ ਮਿਹਨਤ ਕਰਕੇ ਆਉਣਾ, ਵੀਰੇ ਦੇ ਮੈਨੂੰ ਲੋੜ ਹੈ। ਲੈਸਾਂ ਦੇਸਾਂ ਤਾਂ ਚੱਲਦੀ ਹੈ, ਜੇ ਯੁੱਗ 'ਚ ਤੁਸੀਂ ਇਸ ਜ਼ਮਾਨੇ 'ਚ ਵਰਤਣਾ ਤਾਂ ਲੈਸਾਂ ਦੇਸਾਂ ਤਾਂ ਹੈ। ਪਰ ਮੈਨੂੰ ਫਿਲਮ ਇੰਡਸਟਰੀ 'ਚ ਇੱਕ ਪ੍ਰੋਡਿਊਸਰ, ਇੱਕ ਡਾਇਰੈਕਟਰ ਬਾਂਹ ਕੱਢ ਕੇ ਕਹਿ ਦੇਵੇ ਵੀ ਤੂੰ ਸਾਡੇ ਸੈੱਟ 'ਤੇ ਨਹੀਂ ਸੀ ਆਇਆ, ਜਾਂ ਤੂੰ ਸਾਡੇ ਨਾਲ ਧੋਖਾ ਕਮਾਇਆ। ਜਿੱਥੇ ਮੈਂ ਇੱਕ ਫਿਲਮ ਮੈਂ
ਨਹੀਂ ਕਰ ਸਕਿਆ ਸੀ ਪੰਜਾਬੀ ਦੀ, ਉਹਨਾਂ ਦਾ ਐਡਵਾਂਸ ਅਗਲੇ ਦਿਨ ਮੈਂ ਨਹੀਂ ਤੀਸਰੇ ਦਿਨ ਮੈਂ ਮੋੜਤਾ ਸੀ, ਅਤੇ ਮਾफ़ੀ ਮੰਗੀ ਸੀ ਲਿਖ ਕੇ ਵੀ। ਅਦਰਵਾਈਜ਼ ਮੈਂ ਕਦੇ ਲੇਟ ਨਹੀਂ ਹੋਇਆ, ਕਿਸੇ ਨੂੰ ਡੇਟ 'ਤੇ ਰੌਲਾ ਨਹੀਂ ਪਾਇਆ। ਰੋਟੀ ਦਾ ਮੇਰਾ ਰੌਲਾ ਨਹੀਂ, ਰਹਿਣ ਸਹਿਣ ਦਾ ਮੇਰਾ ਰੌਲਾ ਨਹੀਂ। ਮੇਰਾ ਔਰ ਹੈ, ਮੇਰਾ ਬੋਲ ਬਾਣੀ ਹੈ, ਅਤੇ ਮੈਂ ਸਭ ਤੋਂ ਵੱਧ ਪਿਆਰ ਸਾਡੇ ਸਪੌਟ ਬॉयਜ਼ ਨੂੰ ਕਰਦਾ, ਜਿਹੜੇ ਉੱਥੇ ਚਾਹ ਪਾਣੀ ਦੀ ਲੰਗਰ ਦੀ ਸੇਵਾ ਕਰਦੇ ਨੇ। ਉਹ ਮੇਰਾ ਆਪ ਦਾ ਰਹਿਣ ਸਹਿਣ ਆ, ਹਰ ਇੱਕ ਬੰਦੇ ਦੀਆਂ ਆਪ ਦੀਆਂ ਆਦਤਾਂ ਹੁੰਦੀਆਂ ਨੇ, ਕਿਤੇ ਤਾਂ ਮੈਨੂੰ ਨੀਵਾਂ ਦਿਖਾਓ ਨਾ। ਭਾਜਪਾ ਨੂੰ ਅੱਜ ਪੰਜਾਬ ਦੇ ਵਿੱਚ ਕਿੱਥੇ ਜੇ ਮਹਿਸੂਸ ਕਰਦੇ ਹੋ? ਭਵਿੱਖ ਇੱਥੇ ਹੀ ਆ। ਦੇਖੋ, ਮੈਂ ਅੱਜ ਭਾਜਪਾ ਦੀ ਬੋਲੀ ਇਸ ਕਰਕੇ ਨਹੀਂ ਬੋਲ ਰਿਹਾ ਕਿ ਮੈਂ ਭਾਜਪਾ ਦਾ ਵਰਕਰ ਹਾਂ, ਨਹੀਂ। ਇਹ ਸਿਆਣਪ ਹੈ ਸਾਡੀ ਕਿ ਇਸ ਵੇਲੇ ਭਾਜਪਾ ਨੂੰ ਅੱਜ ਤੱਕ ਅਸੀਂ ਬਰੂਹਾਂ ਤੋਂ ਅੰਦਰ ਆਉਣ ਹੀ ਨਹੀਂ ਦਿੱਤਾ, ਪੰਜਾਬ ਦੇ ਪੱਲੇ ਆਉਣ ਹੀ ਨਹੀਂ ਪਾਇਆ, ਹੀ ਨਹੀਂ ਉਹਨਾਂ ਨੂੰ ਕੁਛ। ਹੁਣ ਉਹ ਆਉਣਾ ਚਾਹੁੰਦੀ ਹੈ, ਪਹਿਲੀ ਵਾਰ ਇੰਡੀਪੈਂਡੈਂਟਲੀ ਲੜ ਰਹੇ ਨੇ, ਅਲਾਇੰਸ ਕਰਕੇ ਲੜ ਰਹੇ ਨੇ। ਉਹਨਾਂ ਦੀਆਂ ਪਾਲਿਸੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਅਤੇ ਪੰਜਾਬੀਓ ਈਗੋ ਛੱਡੋ, ਸਿਆਸੀ ਤੌਰ 'ਤੇ ਆਪ ਦੇ ਫਿਊਚਰ ਨੂੰ ਸਿਕਿਉਰ ਕਰੋ। ਆਓ ਗੁਜਰਾਤ ਦੇਖੀਏ, ਆਓ ਤੁਹਾਡਾ ਛੋਟਾ ਭਰਾ ਜਿਹਨੂੰ ਤੁਸੀਂ ਆਪ ਦਾ ਹਮੇਸ਼ਾ ਛੋਟਾ ਭਰਾ ਮੰਨਦੇ ਹੋ, ਹਰਿਆਣੇ ਨੂੰ ਦੇਖੀਏ। ਸਭ ਤੋਂ ਵੱਧ ਮੈਡਲ ਹਰਿਆਣੇ 'ਚ ਨੇ, ਸਭ ਤੋਂ ਵੱਧ ਖੇਡਾਂ ਹਰਿਆਣੇ 'ਚ ਨੇ। ਹਰਿਆਣਾ ਸਾਡੇ ਨਾਲੋਂ ਟੁੱਟ ਕੇ ਬਣਿਆ ਹੋਇਆ ਸਟੇਟ ਹੈ, ਅਤੇ ਹਰਿਆਣੇ ਦਾ ਇਨਫਰਾਸਟਰਕਚਰ ਸਾਡੇ ਤੋਂ ਕਿਤੇ ਬੈਟਰ ਹੈ। ਹਿਮਾਚਲ ਪ੍ਰਦੇਸ਼ ਪੱਥਰਾਂ ਦਾ ਦੇਸ਼, ਸਾਡੇ ਪੰਜਾਬ 'ਚੋਂ ਕੱਟਿਆ ਹੋਇਆ। ਜਾ ਕੇ ਇਨਫਰਾਸਟਰਕਚਰ ਦੇਖੋ ਉੱਥੇ, ਜਦੋਂ ਦੀ BJP ਸਰਕਾਰ ਆਈ ਹੈ। ਆਓ ਗੁਜਰਾਤ ਚੱਲੀਏ, ਇੰਡਸਟਰੀ ਪੰਜਾਬ 'ਚ ਸਾਡੇ ਹੈ ਨਹੀਂ, ਸਿਹਤ ਸਾਡੇ ਹੈ ਨਹੀਂ। ਗੱਲ ਤਾਂ ਅਸੀਂ ਸਿਰਫ ਆਪਦੀ ਈਗੋ ਦੀ ਕਰਦੇ ਹਾਂ। ਗੱਲ ਕਦੇ ਬਠਿੰਡੇ ਤੋਂ ਬੀਕਾਨੇਰ ਜਾਂਦੀ ਹੋਈ ਟ੍ਰੇਨ ਦਾ ਨਾਮ ਬਦਲ ਕੇ ਕੈਂਸਰ ਟ੍ਰੇਨ ਦੀ ਗੱਲ ਕੀਤੀ ਹੈ? ਕਦੇ ਗੱਲ ਸੋਚੀ ਹੈ ਤੁਸੀਂ ਕਿ ਇੱਕ ਦਿਨ ਦੇ ਵਿੱਚ 10 ਜੂਨ ਨੂੰ ਅਸੀਂ ਝੋਨਾ ਲਾਉਣ ਵਾਸਤੇ ਓਨਾ ਪਾਣੀ ਵਰਤ ਦਿੰਦੇ ਹਾਂ ਜਿੰਨਾ ਲੁਧਿਆਣੇ ਸ਼ਹਿਰ ਨੂੰ 35 ਸਾਲ 'ਚ ਚਾਹੀਦਾ ਹੁੰਦਾ। MSP ਨਹੀਂ ਮਿਲਦੀ, ਜੇ ਮੱਕੀ ਤੇ ਮਿਲਦੀ ਹੋਵੇ, ਬਾਕੀ ਫਸਲਾਂ ਤੇ ਮਿਲਦੀ ਹੋਵੇ, ਕਿਸਾਨ ਉਹ ਬੀਜ ਲੈਣ। ਦਊ ਕੌਣ? ਸਰਕਾਰ। ਕਿਹੜੀ? ਕੇਂਦਰ ਦੀ। ਕੇਂਦਰ ਤੋਂ ਮੰਗਿਆ ਕਦੋਂ ਇਹਨਾਂ ਨੇ? ਬਹੁਤ ਵਾਰ ਮੰਗਿਆ। ਕਿਸਾਨ ਕਹਿੰਦੇ ਅਸੀਂ ਮੰਗਦੇ ਆ ਨਾ। ਐਜੀਟੇਸ਼ਨ ਕੀਤਾ ਸੀ, ਤੁਹਾਨੂੰ ਮਿਲਿਆ ਨਾ, ਕਾਨੂੰਨ ਵਾਪਸ ਹੋਏ ਨੇ ਨਾ। ਐਜੀਟੇਸ਼ਨ ਨਹੀਂ, ਕਾਨੂੰਨ ਕਰੋ। ਉਹ ਤਾਂ ਕਹਿੰਦੇ ਸੀ, ਉਹਨਾਂ ਨੇ ਦੀਪ ਸਿੱਧੂ ਨੂੰ ਸ਼ੰਭੂ ਤੋਂ ਜਾ ਕੇ ਅਖੀਰਲੇ ਦਿਨ ਤੱਕ ਬੋਲਣ ਨਹੀਂ ਦਿੱਤਾ। ਦੀਪ ਸਿੱਧੂ ਨੂੰ ਗਦਾਰ ਕਿਹਾ। ਸਿਆਸੀ ਗੈਰ ਸਿਆਸੀ ਲੋਕ ਆ ਅਸੀਂ ਸਿਰਫ ਕਿਸਾਨਾਂ ਦੀ ਬੋਲੀ ਬੋਲਦੇ ਹਾਂ। ਅੱਜ ਰਾਜੇਵਾਲ ਸਾਹਿਬ ਕੀ ਕਰ ਰਹੇ ਨੇ? ਲੜ ਰਹੇ ਨੇ ਨਾ ਸਮਰਾਲੇ ਤੋਂ। ਕਿਉਂ? ਹਰਮੀਤ ਹੋਣੀ ਸਾਰੇ ਆਏ ਸੀਗੇ, ਰੁਲਦੂ ਸਿੰਘ ਮਾਨਸਾ ਵਾਲੇ ਬਾਬਾ ਜੀ ਉਹ ਵੀ ਆਏ ਸੀ। ਸਾਰੇ ਜਥੇਬੰਦੀਆਂ ਨੇ ਇੱਕ ਨਹੀਂ 27 ਮੀਟਿੰਗਸ ਕੀਤੀਆਂ ਨੇ ਕਿ ਅਸੀਂ ਇਲੈਕਸ਼ਨ ਲੜਨੀ ਆ, ਲੜ ਵੀ ਰਹੇ ਨੇ ਕਿਤੇ ਨਾ ਕਿਤੇ। ਠੀਕ ਹੈ, ਫਿਰ ਉਹ ਸਿਆਸੀਕਰਨ ਸਾਡਾ ਕਿਵੇਂ ਹੋ ਗਿਆ? ਬਸ ਜਿੱਤ ਗਏ ਤੇ ਸਿਆਸੀਕਰਨ ਹੋ ਗਿਆ। ਅਸੀਂ ਗਏ ਸੀ ਕਾਨੂੰਨਾਂ ਵਾਸਤੇ, ਉਸ ਤੋਂ ਪਹਿਲਾਂ ਸਾਡੇ ਕਿਸਾਨ ਹਰ ਰੋਜ਼ ਫਾਹਾ ਲੈ ਕੇ ਮਰਦੇ ਰਹੇ ਨੇ। ਉਦੋਂ ਅਸੀਂ ਸੈਂਟਰ ਗੌਰਮੈਂਟ ਕੋਲੋਂ ਕਿਉਂ ਨਹੀਂ ਮੰਗਣ ਗਏ? ਉਦੋਂ ਅਸੀਂ ਇੱਦਾਂ ਦੇ ਐਜੀਟੇਸ਼ਨਸ ਕਿਉਂ ਨਹੀਂ ਕੀਤੇ? ਅਸੀਂ ਟ੍ਰੇਨ ਦਾ ਨਾਮ ਬਦਲ ਕੇ ਰੱਖਤਾ ਕੈਂਸਰ ਟ੍ਰੇਨ, ਪਰ ਅਸੀਂ ਕੈਂਸਰ ਵਾਸਤੇ ਕਦੇ ਸੈਂਟਰ ਗੌਰਮੈਂਟ ਤੋਂ ਏਮਜ਼ ਹਸਪੀਟਲ ਕਿਉਂ ਨਹੀਂ ਮੰਗੇ? ਅਸੀਂ ਕਦੇ ਆਪ ਦਾ ਵਿਆਜ ਹੀ ਮਾਫ ਕਰਵਾਉਣ ਵਾਸਤੇ ਕਿਉਂ ਨਹੀਂ ਮੰਗੇ? ਅਸੀਂ ਕਦੇ ਇੰਡਸਟਰੀ ਕਿਉਂ ਨਹੀਂ ਮੰਗੀ? ਅਸੀਂ ਕਦੇ ਮੈਡੀਸਨ ਸਿਟੀ ਕਿਉਂ ਨਹੀਂ ਮੰਗੀ? ਸਾਨੂੰ 5 ਇੰਟਰਨੈਸ਼ਨਲ ਏਅਰਪੋਰਟਸ ਅਨਾਊਂਸ ਹੁੰਦੇ ਨੇ, ਅਸੀਂ ਸ਼ਾਇਦ ਕਿਤੇ ਨਾ ਕਿਤੇ ਖੁਸ਼ ਹੁੰਦੇ ਹਾਂ। ਕਰਨੇ ਕੀ ਨੇ? ਸਾਨੂੰ ਤਾਂ ਬੇਸਿਕ ਇਨਫਰਾਸਟਰਕਚਰ ਨਹੀਂ ਮਿਲਿਆ। ਜਿੰਨਾ ਦਿੱਤਾ, ਜਿਹੜੇ ਤੇ ਚਾਹੇ ਬੰਬ ਡਿੱਗ ਜਾਣ ਤੇ ਉਹ ਹਾਈਵੇ ਨਹੀਂ ਟੁੱਟੂਗਾ, ਜਾਂ ਫਲਾਣਾ ਹਾਈਵੇ ਆਹ ਬਣਾਤਾ, ਅਸੀਂ ਬਣਾਤਾ, ਉਹ ਸਾਰੇ ਸੈਂਟਰ ਗੌਰਮੈਂਟ ਵੱਲੋਂ ਆਏ ਹੋਏ ਨੇ। ਮਾਂ ਬੱਚੇ ਨੂੰ ਦੁੱਧ ਨਹੀਂ ਦਿੰਦੀ ਜਿੰਨਾ ਚਿਰ ਰੋਂਦਾ ਨਹੀਂ। ਸਾਡੀ ਸਮੇਂ ਦੀਆਂ ਸਰਕਾਰਾਂ ਨੇ, ਜਿਹਨੂੰ ਪੰਜਾਬੀਆਂ ਨੇ ਵਾਗਡੋਰ ਸੰਭਾਈ ਸੀ, ਕਦੇ ਉੱਥੇ ਜਾ ਕੇ ਮੰਗਿਆ ਹੀ ਨਹੀਂ, ਮੰਗਣਾ ਆਇਆ ਹੀ ਨਹੀਂ। ਆਕੜ, ਈਗੋ, ਹੋਰ ਕੁਛ ਨਹੀਂ। ਪੰਜਾਬੀਆਂ 'ਚ ਈਗੋ ਆ? ਯੈਸ, ਹੈਗੀ ਹੈ, ਠੋਕ ਕੇ ਰਹੀ ਸਾਡੇ ਪੱਲੇ। ਹੋਰ ਕੀ ਹੈ? ਈਗੋ ਨਹੀਂ, ਉਹ ਕਹਿੰਦੇ ਅਣਖ ਆ। ਅਣਖ ਨਹੀਂ ਹੈ, ਅਣਖ ਹੋਰ ਚੀਜ਼ ਹੈ। ਅਣਖ ਤਾਂ ਹੁੰਦੀ ਤੁਹਾਡੇ 'ਚ। ਅਣਖ ਸਾਡੇ 2.5 ਇੰਚ ਖਾਲੀ ਕਰਤਾ ਮੇਰੇ ਹਿਸਾਬ ਨਾਲ। ਮੈਂ ਰੱਬ ਨਹੀਂ ਹਾਂ, ਮੈਂ ਗਲਤ ਹੋ ਸਕਦਾ, ਪਰ ਸਾਡੀ ਅਣਖ ਨੂੰ ਮਾਰਤਾ ਸਮੇਂ ਦੀਆਂ ਸਰਕਾਰਾਂ ਨੇ। ਸਾਡੀ ਅਣਖ ਨੂੰ ਮਾਰਤਾ ਜਦੋਂ ਸਾਨੂੰ ਕਰਜ਼ਈ ਕਰਤਾ। ਸਾਡੀ ਅਣਖ ਨੂੰ ਮਾਰਤਾ ਜਦੋਂ ਸਾਡੇ ਪਲਾਨ ਨਹੀਂ ਰੋਕੇ, ਸਾਡੇ ਬੱਚੇ ਬਾਹਰ ਵਿਦੇਸ਼ਾਂ 'ਚ ਚਲੇ ਗਏ। ਸਾਡੀ ਅਣਖ ਨੂੰ ਤਾਂ ਮਾਰਤਾ ਜਦੋਂ ਸਾਡੇ ਹੱਥਾਂ 'ਚ ਹਥਿਆਰ ਫੜਾਤੇ, ਛੋਟੇ ਹਥਿਆਰ, ਸਾਨੂੰ ਪੁਰਾਣੀਆਂ ਕਾਰਾਂ ਦੇਤੀਆਂ। ਸਾਡੀ ਡਿਵੈਲਪਮੈਂਟ, ਜਿਹੜੀ ਖੇਤੀ ਦੀ ਡਿਵੈਲਪਮੈਂਟ ਹੋਣੀ ਸੀ, ਉਹ ਨਹੀਂ ਹੋਣ ਦਿੱਤੀ, ਉਹ ਨਹੀਂ ਕੀਤੀ। ਸਮੇਂ ਦੀਆਂ ਸਰਕਾਰਾਂ ਨੇ ਕਰਨੀ ਸੀ, ਉਹ ਤਾਂ ਸਮੇਂ ਤੋਂ ਸਮੇਂ 'ਤੇ ਕਰਨੀ।
ਸਰਕਾਰ ਪੰਜਾਬ ਦੀ ਬਣਾਈ ਹੈ ਸਰ, ਪੰਜਾਬ ਸਰਕਾਰ ਕੋਲੇ ਵੀ ਬੜੀ ਇਨਕਮ ਹੈ, ਸਾਰਾ ਕੁਝ ਹੀ ਸੈਂਟਰ 'ਚ ਆਊਗਾ, ਬੇਸ਼ੱਕ ਆਊਗਾ, ਪਰ ਸੈਂਟਰ 'ਚ ਹੋਰ ਸਰਕਾਰ ਹੈ, ਤੁਹਾਡੇ ਹੋਰ ਸਰਕਾਰ ਹੈ, ਆਪਸ 'ਚ ਲੜੀ ਜਾਓ, ਲੋਕਾਂ ਨੂੰ ਬੁੱਧੂ ਬਣਾਈ ਜਾਓ। ਪਹਿਲਾਂ MLAs ਦੀ ਇਲੈਕਸ਼ਨ ਆ ਗਈ, ਫਿਰ MPs ਦੀ ਆ ਗਈ, ਫਿਰ ਪੰਚਾਇਤਾਂ ਦੀ ਆ ਗਈ, ਫਿਰ ਕੋਆਪਰੇਟਿਵ ਬੈਂਕਾਂ ਦੀ ਆ ਗਈ, ਫਿਰ ਪੰਜ-ਸੱਪ ਦੀ ਆ ਗਈ, ਫਿਰ ਆ ਗਈ, ਫਿਰ ਉਹ ਆ ਗਈ, 5ਵੇਂ ਸਾਲ ਫਿਰ MLA ਆ ਗਈ। ਸੀਟਾਂ ਕਿੰਨੀਆਂ ਲੈ ਕੇ ਜਾਓ ਬੀਜੇਪੀ ਪੰਜਾਬ ਦੇ ਵਿੱਚੋਂ, ਅੰਦਾਜ਼ਾ ਕੀ ਕਹਿੰਦਾ? ਮੈਨੂੰ 10 ਦਿਨ ਹੋਏ ਨੇ ਟੈਣਾ ਸਾਹਿਬ, ਮੈਂ ਹਜੇ ਬਹੁਤ ਗੈਸ ਹੁੰਦਾ ਥੋੜਾ ਜਿਹਾ, ਤੁਸੀਂ ਵਿਚਰਦੇ ਹੋ ਪੰਜਾਬ, ਹੁਣ ਤੁਸੀਂ ਕਈ ਸਟੇਜਾਂ ਦੇ ਉੱਤੇ ਪੰਜਾਬ ਲੁਧਿਆਣੇ ਬੋਲ ਕੇ ਜਦੋਂ ਆਏ। ਸਰਕਾਰ ਬਣੂਗੀ ਤਾਂ ਬੀਜੇਪੀ ਇੱਕ ਵੱਡਾ ਰੋਲ ਅਦਾ ਕਰੇਗੀ, ਵੱਡਾ ਰੋਲ। ਮੈਂ ਜੋ ਸੋਚਦਾ ਅੱਜ ਸਹੀ, ਤਾਂ ਇਸ ਵੇਲੇ ਜੇ ਸਵੇਰੇ ਇਲੈਕਸ਼ਨ ਹੋਵੇ ਤਾਂ ਮੈਨੂੰ ਲੱਗਦਾ 18 ਤੋਂ 20 ਸੀਟਾਂ ਸਾਡੀਆਂ ਪੱਕੀਆਂ ਨੇ, ਭਾਜਪਾ ਦੀਆਂ ਅਲਾਇੰਸ ਪਾਰਟੀਜ਼ ਦੀਆਂ। ਹੁਣ ਦੇਖੋ ਲੋਕ ਕੀ ਫਤਵਾ ਦਿੰਦੇ ਨੇ, ਕੀ ਫੈਸਲਾ ਦਿੰਦੇ ਨੇ, ਲੋਕ ਰਾਜ ਹੈ। ਪਰ ਹੁਣ ਇੱਕ ਹੋਰ ਚਰਚਾ ਚੱਲੀ ਹੈ ਧਾਲੀਵਾਲ ਸਾਹਿਬ, ਤੁਸੀਂ ਕਿਉਂਕਿ ਹੁਣ ਪਾਰਟੀ ਦੇ ਬੁਲਾਰੇ ਦੇ ਤੌਰ ਤੇ ਵਿਚਰਦੇ, ਬੁਲਾਰੇ ਵਾਂਗੂ ਵਿਚਰਦੇ, ਕਹਿਣ ਦਾ ਭਾਵ ਤੁਸੀਂ ਮੰਚ ਦੇ ਉੱਤੇ ਦੇਖਦੇ ਆ, ਤੁਸੀਂ ਸਿਫਤਾਂ ਕਰਦੇ ਹੋ, ਤੁਸੀਂ ਕਹਿੰਦੇ ਹੋ ਵੀ ਜੋ ਕਰਾਂਗੇ ਇਹੀ ਪਾਰਟੀ ਕਰ ਸਕਦੀ ਹੈ ਤੁਹਾਡੇ ਕਹਿਣ ਦੇ ਮੁਤਾਬਕ। ਪਰ ਲੋਕ ਇਹ ਗੱਲ ਕਹਿੰਦੇ ਆ ਕਿ ਹੁਣ ਸ਼ਾਇਦ ਇਸ ਗੱਲ ਨੂੰ ਅਪਣਾ ਲਿਆ ਗਿਆ ਵੀ ਪੰਜਾਬੀਆਂ ਦੇ ਨਾਲ ਅੜਨ ਦੀ ਲੋੜ ਨਹੀਂ, ਹੁਣ ਪੰਜਾਬੀਆਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕਰੀਏ। ਪੰਜਾਬੀ ਸੁਭਾਅ ਹੀ ਇਹ ਜਿਹਾ, ਪੰਜਾਬੀ ਦੇਖੋ ਧਾੜਵੀ ਵੀ ਉਹੀ ਨਿਕਲੇ ਨੇ। ਅਸੀਂ ਅਣਖਾਂ ਦੇ ਰਾਖੇ ਲੋਕ ਹਾਂ, ਅਸੀਂ ਉਹ ਲੋਕ ਹਾਂ ਜਦੋਂ ਵੀ ਪੰਜਾਬ ਭਾਰਤ ਦੇ ਉੱਤੇ ਕਿਸੇ ਧਾੜਵੀ ਨੇ ਹਮਲਾ ਕੀਤਾ, ਅਸੀਂ ਮਹੰਜੋ-ਦੜੋ ਤੋਂ ਲੈ ਕੇ ਅੱਜ ਤੱਕ ਅਸੀਂ ਪਹਿਲਾਂ ਛਾਤੀਆਂ ਡਾਹੀਆਂ ਨੇ। ਪਰ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਹਾਲਾਤ ਇਹੋ ਜਿਹੇ ਕਰਤੇ ਕਿ ਸਾਡੇ ਲੱਗਦਾ ਕਿ ਅਸੀਂ ਚੁੱਲ੍ਹਾ ਬਾਲ ਕੇ ਰੋਟੀ ਸੇਕਦੇ ਹਾਂ, ਪਰ ਨਹੀਂ, ਉਹ ਰੋਟੀ 'ਚ ਵੀ ਸਿਆਸਤ ਹੈ, ਉਹ ਅੱਗ 'ਚ ਵੀ ਸਿਆਸਤ ਹੈ। ਬਾਈ ਜੀ ਨਹੀਂ, ਅਸੀਂ ਗਲਤ ਹਾਂ ਕਿਤੇ ਨਾ ਕਿਤੇ, ਸਾਡੀ ਆਪ ਦੀ ਈਗੋ ਖੜਕ ਰਹੀ ਹੈ। ਸਾਡੇ ਇੱਕ ਬਾਪੂ ਜੀ ਹੁੰਦੇ ਸੀ, ਆਮ ਘਰਾਂ ਦੀ ਜਿਹੜੀ ਆਮ ਪਰਿਵਾਰਕ ਕਿਸਾਨ ਪਰਿਵਾਰ ਹੁੰਦੇ ਸੀ, ਉਹਨਾਂ ਦੀ ਮੈਂ ਇੱਕ ਛੋਟੀ ਜੀ ਉਦਾਹਰਣ ਦਿੰਦਾ ਕਿ ਘਰ ਦੇ ਬਾਹਰ ਡਿਉੜੀ ਹੁੰਦੀ ਸੀ, ਉਸ ਤੋਂ ਬਾਅਦ ਇੱਕ ਛੋਟਾ ਵਿਹੜਾ ਹੁੰਦਾ ਸੀ, ਉਦੋਂ ਬਾਅਦ ਡੰਗਰਾਂ ਵਾਲਾ ਹੁੰਦਾ ਸੀ, ਉਦੋਂ ਬਾਅਦ ਜਾ ਕੇ ਘਰ ਹੁੰਦਾ ਸੀ, ਲੰਬਾ ਜਿਹਾ ਘਰ ਹੁੰਦਾ ਸੀ ਆਮ ਕਿਸਾਨ ਪਰਿਵਾਰ ਦਾ ਪੰਜਾਬ 'ਚ। ਅਤੇ ਬਾਹਰ ਬਾਪੂ ਜੀ ਨੇ ਇੱਕ ਦਰਖਤ ਲਾਇਆ ਹੁੰਦਾ ਸੀ ਜਾਂ ਵਰਾਂਡੇ 'ਚ ਬੈਠੇ ਹੁੰਦੇ ਸੀ, ਅਤੇ ਉਹ ਸ਼ਾਮ ਨੂੰ ਧਾਰਾਂ ਕੱਢਣ ਵੇਲੇ 4 ਵਜੇ ਅੰਦਰ ਆਉਂਦੇ ਸੀਗੇ, ਅਤੇ ਖੰਗੂਰਾ ਮਾਰ ਕੇ ਉਹਨਾਂ ਨੇ ਕਹਿਣਾ, ਉਹ ਖੰਗੂਰਾ ਆਪਦੀ ਆਮਦ ਹੁੰਦੀ ਸੀ ਕਿ ਧੀ ਭੈਣ ਦਾ ਸਿਰ ਨਾ ਨੰਗਾ ਹੋਵੇ, ਕਿ ਮੈਂ ਦੱਸ ਦਿਆਂ ਮੈਂ ਬਜ਼ੁਰਗ ਹਾਂ, ਵੱਡਾ ਆ ਰਿਹਾ, ਪਰਦੇ ਦਾ ਰਿਵਾਜ ਸੀ। ਅਤੇ ਉਹ ਕਹਿੰਦੇ ਸੀ ਅੱਜ ਫਲਾਣਿਆਂ ਦਾ ਮੁੰਡਾ ਆਇਆ, ਭਾਈ ਸਵਰਨ ਸਿੰਘ ਟਹਿਣਾ ਆਇਆ ਸੀ, ਟਹਿਣੇ ਵਾਲਿਆਂ ਦਾ ਕਾਕਾ। ਹਾਂਜੀ, ਉਹ ਭਾਈ ਵੋਟਾਂ ਨੂੰ ਕਹਿਣ ਆਇਆ ਸੀ। ਅੱਛਾ ਬਾਪੂ ਜੀ, ਫਿਰ ਭਾਈ ਮੈਂ ਉਹਨਾਂ ਨੂੰ ਕਹਿਤਾ ਕਿਹਨੂੰ ਪਾਉਣੀ ਹੈ, ਫਲਾਣੇ। ਅਤੇ ਉਸ ਪਰਿਵਾਰ ਦੀਆਂ 25 ਵੋਟਾਂ ਨੇ ਤਾਂ 25 ਲਿਖੀਆਂ ਜਾਂਦੀਆਂ ਸੀ, ਇਹ ਤਾਂ ਵੋਟਾਂ ਫਲਾਣੀ ਪਾਰਟੀ ਨੂੰ ਪੈਣਗੀਆਂ। ਸਹੀ। ਹੁਣ ਮੈਂ ਆਪਦੀ ਵਹੁਟੀ ਨੂੰ ਕਾਰ 'ਚ ਬਿਠਾ ਕੇ ਲੈ ਕੇ ਜਾਂਦਾ, ਨਾਲੇ ਜਾਂਦਾ ਹੋਇਆ ਮਿਹਨਤ ਕਰਦਾ, ਨਾਲੇ ਆਉਣ ਵੇਲੇ ਪੁੱਛਦਾ, ਨਾ ਜਾਂਦੇ ਹੋਏ ਮੇਰੀ ਮਿਹਨਤ ਮੰਨਦੀ ਆ, ਨਾ ਆਉਣ ਵੇਲੇ ਮੈਨੂੰ ਦੱਸਦੀ ਹੈ। ਇਹ ਹੱਕ ਹੈ ਉਹਦਾ ਨਾਂ ਦੱਸਣ ਦਾ। ਵੋਟ ਜਾਗਰੂਕਤਾ, ਇਹ ਵੋਟ ਜਾਗਰੂਕਤਾ। ਵੋਟ ਜਾਗਰੂਕਤਾ ਹੋਣੀ ਜ਼ਰੂਰੀ ਸੀ, ਪਰ ਉਹਦੇ 'ਚ ਸਿਆਸੀ ਜਾਮਾ ਪਹਿਨਾਇਆ ਗਿਆ, ਇੰਨੀ ਬੁਰੀ ਤਰ੍ਹਾਂ ਪਹਿਨਾਇਆ ਗਿਆ। ਅੱਜ ਸਾਡੇ ਉਹ ਅਣਖੀ ਪੰਜਾਬੀਆਂ ਨੂੰ, ਯੋਧੇ ਪੰਜਾਬੀਆਂ ਨੂੰ ਭਿਖਾਰੀਆਂ ਵਾਂਗੂ 1000 ਦੇਵਾਂਗੇ, ਤੈਨੂੰ 1200 ਦੇਵਾਂਗੇ, ਤੁਹਾਨੂੰ 1800 ਦੇਵਾਂਗੇ। ਮੈਂ ਕਹਿੰਦਾ ਮੈਂ 5000 ਰੁਪਈਆ ਇੱਕ ਪਰਿਵਾਰ ਮੈਨੂੰ ਚਲਾ ਕੇ ਦਿਖਾ ਦਿਓ ਤੁਸੀਂ ਮਹੀਨੇ ਦੇ। ਯਾਰ ਕਿੱਥੇ 2 ਕਿਲੋ ਆਟਾ ਦਾਣਾ ਤੇ ਖੜ ਗਏ ਸੀ। ਉੱਦਾਂ ਧਾਲੀਵਾਲ ਸਾਹਿਬ ਚੇਤੇ ਆਉਂਦਾ ਵੀ ਜਦੋਂ ਕਿਸਾਨਾਂ ਨੂੰ ਅੱਤਵਾਦੀ, ਖਾਲਿਸਤਾਨੀ, ਮਾਓਵਾਦੀ, ਅੰਦੋਲਨਜੀਵੀ, ਪਤਾ ਨਹੀਂ ਕੀ ਕਿਹਾ ਜਾਂਦਾ ਸੀ ਜੀ, ਉਹ ਸਹੀ ਸੀ, ਉਹ ਗਲਤ ਸੀ। ਉਦੋਂ ਵੀ ਗਲਤ ਸੀ, ਉਦੋਂ ਵੀ ਮੈਂ ਲਫ਼ਜ਼ ਥੋੜ੍ਹਾ ਜਿਹਾ ਕੈੜਾ ਵੀ ਠੋਕ ਕੇ ਰੱਖਿਆ। ਹੁਣ ਵੀ ਜੇ ਮੇਰੀ ਬੁੱਢੀ ਕੁੱਬੀ ਮਾਂ ਨੂੰ ਕੋਈ ਦਿਹਾੜੀਦਾਰ ਨਹੀਂ ਕਹੂਗਾ, ਠੋਕ ਕੇ ਹੁਣ ਵੀ ਰੱਖੂਗਾ। ਮੈਂ ਪੰਜਾਬੀ ਹਾਂ, ਮੈਂ ਵਿਕਿਆ ਹੋਇਆ ਨਹੀਂ। ਬਹੁਤ ਪ੍ਰੈਸ ਮੈਨੂੰ ਪੁੱਛਦੀ ਹੈ ਤੇਰੀ ਬਾਂਹ ਮਰੋੜ ਲਈ ਹੋਊਗੀ। ਮੇਰਾ ਇਹੀ ਸਵਾਲ ਸੀ, ਤੇਰੀ ਬਾਂਹ ਮਰੋੜ ਲਈ ਹੋਊ ਈਡੀ ਨੇ। ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਗੱਲ ਕਿ ਈਡੀ ਵਾਲੇ ਭਾਈ ਸਾਹਿਬ ਮੈਨੂੰ ਬੁਲਾ ਲੈਣ ਅਤੇ ਮੇਰਾ ਕਿਤੇ ਨਾਂ ਆਉਂਦਾ ਅਤੇ ਮੈਨੂੰ ਦੱਸ ਦੇਣ, ਮੈਂ ਜਾ ਕੇ ਉਹ ਘਰ ਤਾਂ ਲੱਭ ਲਾਂ ਜਾਂ ਜ਼ਮੀਨ ਲੱਭ ਲਾਂ, ਉਹਦੇ 'ਤੇ ਕਬਜ਼ਾ ਤਾਂ ਕਰਨਾ। ਕਿਉਂਕਿ ਮੈਨੂੰ ਤਾਂ ਜਿਹੜੇ 4 ਖੁੱਡ ਮੇਰੇ ਬਾਪੂ ਨੇ ਦਿੱਤੇ ਸੀਗੇ ਉਹ ਮੇਰੇ ਭਰਾ ਕੋਲੇ ਆ, ਉਹ 4 ਪੈਸੇ ਦੇ ਦਿੰਦਾ। ਮੇਰੀ ਘਰ ਵਾਲੀ ਅੱਡ ਕੰਮ ਕਰਦੀ ਆ, ਮੇਰਾ ਪੁੱਤ ਅੱਡ ਕੰਮ ਕਰਦਾ, ਮੈਂ ਅੱਡ ਕੰਮ ਕਰਦਾ। ਜਿਹੜੇ ਪੈਸੇ ਆਉਂਦੇ ਨੇ ਬੈਂਕ 'ਚ ਆਉਂਦੇ ਨੇ, ਉਹਦੇ ਅਸੀਂ ਰਿਟਰਨ ਭਰਦੇ। ਬੰਦੇ ਨੇ ਸਾਈਕਲ ਵੀ ਲੈਣਾ ਹੋਵੇ ਨਾ ਤਾਂ 5-7 ਦਿਨ ਘਰ ਦੇ ਵਿੱਚ ਰਾਏ ਚੱਲਦੀ। ਆਪਾਂ ਸਧਾਰਨ ਪਰਿਵਾਰਾਂ ਦੇ ਵਿੱਚ ਪੈਦਾ ਹੋਏ ਹਾਂ, ਸਕੂਟਰ, ਕਾਰ, ਕੁਛ ਵੀ ਲੈਣਾ ਹੋਵੇ, ਕੋਈ ਛਤੜਾ ਪਾਉਣਾ ਹੋਵੇ ਤਾਂ ਵੀ ਮਨ ਕਰਦਾ ਵੀ ਯਾਰ ਪਹਿਲਾਂ ਬੇਬੇ ਦੀ ਰਾਏ ਲੈ ਲਈਏ, ਭੈਣ ਦੀ ਰਾਏ ਲੈ ਲਈਏ, ਵਹੁਟੀ ਦੀ ਰਾਏ ਲੈਂਦੇ ਲੋਕ। ਪਰ ਤੁਸੀਂ ਵੀ ਕਿਸੇ ਦੀ ਰਾਏ ਤਾਂ ਲਈ ਹੋਣੀ ਕਿ ਮੈਂ ਬੀਜੇਪੀ ਦੇ ਵੱਲ ਜਾਵਾਂ। ਜ਼ਿੰਦਗੀ ਦਾ ਬਹੁਤ ਵੱਡਾ ਫੈਸਲਾ ਕਰਨ ਲੱਗੇ ਸੀ, ਇਹ ਅਚਾਨਕ ਹੀ ਮਨ ਕੀਤਾ ਤੇ ਚਲੇ ਗਏ, ਜਾਂ ਕਿਸੇ ਨੇ ਕਿਹਾ ਕਿ ਨਹੀਂ ਹੌਬੀ ਧਾਲੀਵਾਲ ਇੱਧਰ ਚੱਲ? ਮੈਨੂੰ ਬਹੁਤ ਲੋਕਾਂ ਨੇ ਕਿਹਾ, ਸਿਆਸੀ ਲੋਕਾਂ ਨੇ। ਸਭ ਤੋਂ ਪਹਿਲਾਂ ਤਾਂ ਮੈਨੂੰ ਅਕਾਲੀ ਦਲ ਨੇ ਕਿਹਾ
ਕਾਂਗਰਸ ਨੇ ਕਿਹਾ, ਨਹੀਂ ਮਨ ਮੰਨਿਆ। ਫਿਰ ਮੈਨੂੰ ਬੀਜੇਪੀ ਵਾਲਿਆਂ ਨੇ ਕਿਹਾ, ਫਿਰ ਮੇਰਾ ਮਨ ਮੰਨਿਆ, ਕਿਉਂਕਿ ਮੇਰੀ ਉਮਰ, ਸਿਹਤ ਤੇ ਮੇਰਾ ਸਮਾਂ ਮੈਨੂੰ ਇਜਾਜ਼ਤ ਦਿੰਦੇ ਨੇ। ਅੱਜ ਮੇਰੇ 2 ਬੱਚੇ ਨੇ, ਵਿਆਹੇ ਹੋਏ ਨੇ, ਕਬੀਲਦਾਰੀ ਮੇਰੀ ਦੁਨਿਆਵੀ ਕਬੀਲਦਾਰੀ ਨਿਬੜੀ ਹੋਈ ਹੈ। ਆਪਦੀ ਥਾਂ ਤੇ ਖੁਸ਼ ਨੇ, ਰੱਬ ਉਹਨਾਂ ਤੇ ਮਿਹਰ ਕਰੇ। ਮੇਰੀ ਧਰਮ ਪਤਨੀ ਦੇ ਨਾਲ ਡਿਸਕਸ ਕਰਨ ਤੋਂ ਬਾਅਦ ਮੈਂ ਬਾਪੂ ਜੀ ਕੋਲੇ ਗਿਆ, ਜਿਹੜੇ ਕਿ ਅੱਜ ਕੱਲ੍ਹ ਮੇਰੇ ਕੋਲੇ ਰਹਿੰਦੇ ਨੇ। ਉਹਨਾਂ ਨਾਲ ਗੱਲ ਕੀਤੀ, 1 ਨਹੀਂ 3 ਘੰਟੇ ਬੈਠ ਕੇ ਗੱਲ ਕੀਤੀ। ਫਿਰ ਉਹਨਾਂ ਨੇ ਅਖੀਰ ਕਿਹਾ, ਬੇਟਾ ਜੋ ਮਰਜ਼ੀ ਕਰੋ, ਮੈਂ ਜ਼ਿੰਦਗੀ ਦੇ ਉਸ ਪੜਾਅ 'ਚ ਹਾਂ ਕਿ ਇਸ ਵਕਤ ਮੈਂ ਤੇਰੇ ਤੇ ਕੋਈ ਫੈਸਲਾ ਨਹੀਂ ਥੋਪਣਾ ਚਾਹੁੰਦਾ, ਪਰ ਤੂੰ ਆਪਦੇ ਭਰਾ ਕੋਲੇ ਜਾ। ਮੈਂ ਸਵੇਰੇ ਉੱਠ ਕੇ ਆਪਦੇ ਭਰਾ ਕੋਲੇ ਗਿਆ, ਭਾਬੀ ਮਾਂ ਕੋਲੇ ਬੈਠਿਆ, ਉਹਨਾਂ ਨਾਲ ਗੱਲਬਾਤ ਕੀਤੀ। ਉਹ ਕਹਿੰਦੇ, ਹੋ ਸਕਦਾ ਅਸੀਂ ਤੇਰੇ ਕਹਿਣ ਤੇ ਵੋਟ ਨਾ ਪਾ ਸਕੀਏ, ਪਰ ਤੂੰ ਸਾਡਾ ਪੁੱਤ ਹੈ, ਭਰਾ ਆ, ਤੂੰ ਤੁਰ, ਅਸੀਂ ਤੇਰੇ ਨਾਲ, ਤੈਨੂੰ ਅਸੀਂ ਰੋਕਾਂਗੇ ਨਹੀਂ, ਤੇਰੇ ਨਾਲ ਤੁਰਾਂਗੇ। ਉਸ ਤੋਂ ਬਾਅਦ ਮੈਨੂੰ ਮੇਰੇ ਚਚੇਰੇ ਭਰਾ ਵੀ ਉਨੇ ਹੀ ਪਸੰਦ ਨੇ, ਉਨੇ ਹੀ ਪਿਆਰੇ ਨੇ। ਉਹਨਾਂ ਨਾਲ ਸਲਾਹ ਕੀਤੀ, ਫੋਨ ਤੇ ਕੀਤੀ। ਉਹ ਕਹਿੰਦੇ, ਵੀਰ ਜੀ ਅੱਗੇ ਵਧੋ। ਫਿਰ ਪਿੰਡ ਮੈਨੂੰ ਵੀਰ ਜੀ ਨੇ ਬੁਲਾਇਆ, 8-10 ਜਿਹੜੇ ਨੇੜਲੇ ਪਰਿਵਾਰ ਨੇ ਉਹਨਾਂ ਨੂੰ ਬੁਲਾਇਆ। ਉਹਨਾਂ ਨੂੰ ਮੈਂ ਕਿਹਾ ਕਿ ਜੀ ਮੈਂ ਬੀਜੇਪੀ ਜੁਆਇਨ ਕਰਨ ਲੱਗਿਆ, ਮੈਨੂੰ ਤੁਹਾਡਾ ਪਿਆਰ ਆਸ਼ੀਰਵਾਦ ਚਾਹੀਦਾ। ਮੇਰੀ ਕਿਸੇ ਨੇ ਬਾਂਹ ਫੜ ਕੇ ਨਹੀਂ ਕਿਹਾ ਕਿ ਨਹੀਂ ਜਾਣਾ। ਮੈਂ ਆ ਗਿਆ, ਮੇਰਾ ਸਾਥ ਹੈ, ਮੇਰਾ ਪਰਿਵਾਰ ਮੇਰੇ ਨਾਲ ਹੈ, ਮੇਰਾ ਪੁੱਤ, ਮੇਰੀ ਨੂੰਹ ਉਹ ਮੇਰੇ ਨਾਲ ਨੇ, ਮੇਰੀ ਬੇਟੀ ਜਵਾਈ, ਮੇਰੀ ਵਾਈਫ, ਮੇਰੇ ਮਾਂ-ਬਾਪ, ਭੈਣ ਭਰਾ ਮੇਰੇ ਨਾਲ ਨੇ। ਮੇਰੀ ਪਿਛਲੇ ਦਿਨੀ ਇੱਕ ਕਲਾਕਾਰ ਨਾਲ ਗੱਲ ਹੋਈ, ਉਹ ਇੱਕ ਸਿਆਸੀ ਪਾਰਟੀ ਦੇ ਵਿੱਚ, ਮੈਂ ਚਲੋ ਜ਼ਿਕਰ ਨਹੀਂ ਕਰਨਾ, ਉਹਨੇ ਮੇਰੇ ਕੋਲ ਢਿੱਡ ਦਾ ਦੁੱਖੜਾ ਫਰੋਲਿਆ। ਕਹਿੰਦਾ, ਬਾਈ ਜੀ ਲੋਕਡਾਊਨ ਦੇ ਕਰਕੇ 2 ਸਾਲ ਤੋਂ ਗਾਣਾ ਕੋਈ ਨਹੀਂ ਚੱਲਦਾ, ਫਿਲਮਾਂ ਕਰਨ ਦੀ ਕੋਸ਼ਿਸ਼ ਕੀਤੀ, ਫਿਲਮਾਂ ਨਹੀਂ ਚੱਲਦੀਆਂ, ਮੈਂ ਤਾਂ ਕਰਕੇ ਫਲਾਣੀ ਪਾਰਟੀ ਵਿੱਚ ਚਲਾ ਗਿਆ। ਤੁਹਾਡਾ ਵੀ ਹਾਲ ਇਹ ਤਾਂ ਨਹੀਂ ਕਿਤੇ? ਬਾਪੂ ਨੇ 2 ਖੁੱਡ ਦਿੱਤੇ ਹੋਏ ਨੇ, ਜਿਉਂਦਾ ਰਹੇ ਮੇਰਾ ਭਰਾ, ਜਿਹਦਾ ਪੋਲਟਰੀ ਫਾਰਮ ਵੀ ਹੈ ਤੇ ਖਾਣ ਪੀਣ ਜੋਗਾ ਹੈਗਾ, ਇੰਨੇ 'ਚ ਸਬਰ ਬਹੁਤ ਹੈ। ਦੂਸਰੀ ਗੱਲ, ਮੇਰੀ ਇਹ ਪਹਿਲੀ ਸਿਆਸੀ ਪਾਰਟੀ ਹੈ। ਇਸ ਤੋਂ ਪਹਿਲਾਂ ਮੈਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਸੀ, ਇਹ ਮੇਰੀ ਪਹਿਲੀ ਸਿਆਸੀ ਪਾਰੀ ਹੈ। ਮੈਂ 56 ਸਾਲ ਦੀ ਉਮਰ ਦੇ ਵਿੱਚ ਕੋਈ ਸਿਆਸੀ ਪਾਰੀ ਸ਼ੁਰੂ ਕੀਤੀ ਹੈ। ਮੈਂ ਕੋਈ MLA MP ਮਿਨਿਸਟਰ ਬਣਨ ਵਾਸਤੇ ਨਹੀਂ ਕੀਤੀ। ਮੈਨੂੰ ਪੰਜਾਬ ਦਾ ਦੁੱਖ ਹੈ ਬਾਈ ਜੀ, ਮੈਂ ਬਾਰ-ਬਾਰ ਕਹਿ ਰਿਹਾ, ਮੈਨੂੰ ਪੰਜਾਬ ਦੇ ਰੰਗ ਬਦਰੰਗ ਹੁੰਦੇ ਦਿਸਦੇ ਨੇ। ਕਹਿੰਦੇ ਨੇ ਕਿ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ, ਪਰ ਵਿਗੜ ਗਿਆ। ਪਰ ਬੇਰ ਹੀ ਪੰਜਾਬ ਕੋਲੇ ਇੰਨੇ ਨੇ ਕਿ ਹਾਲੇ ਵੀ ਆਪਾਂ ਚੱਕ ਕੇ ਧੋ ਲਈਏ ਤੇ ਆਪਾਂ ਨੂੰ ਰੱਜ ਵੀ ਆ ਜਾਊਗਾ। ਇੰਨੇ ਕੁ ਬੇਰ ਹੈਗੇ ਨੇ, ਬਸ ਸਮਾਂ ਨਾ ਪਾ ਲਈਏ ਕਿਤੇ ਬੇਰ ਵੀ ਬਦਰੰਗ ਨਾ ਹੋ ਜਾਣ। 20 ਤਰੀਕ ਨੂੰ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ। ਹੁਣ ਤਾਂ ਮੈਂ ਕੁਝ ਘੰਟਿਆਂ ਦੀ ਗੱਲ ਹੀ ਸੋਚਦਾ, ਹੁਣ ਕੋਈ ਹਫ਼ਤਾ ਵੀ ਨਹੀਂ ਰਹਿ ਗਿਆ। ਇਹ ਵੀ ਨਹੀਂ ਕਹਿ ਸਕਦੇ ਵੀ ਭਾਈ ਹੁਣ 10 ਦਿਨ ਪਏ ਆ, ਕੁਛ ਕੁ ਘੰਟੇ ਬਾਕੀ ਆ। ਸਿਆਸੀ ਪਾਰਟੀਆਂ ਨੇ ਤਾਣ ਲਾ ਲਿਆ, ਜਿੰਨਾ ਚਿੱਕੜ ਸੁੱਟਿਆ ਜਾ ਸਕਦਾ ਸੁੱਟਿਆ ਜਾ ਰਿਹਾ। ਇੰਨੀ ਕੁ ਦੋਸ਼ਾਂ ਦੀ ਗੰਦੇ ਸ਼ਬਦਾਂ ਦੀ ਵਾਛੜ ਹੋ ਰਹੀ ਹੈ। ਸ਼ਰਮਸਾਰ ਹੁੰਦਾ ਵੋਟਰ ਜਿਹੜਾ ਸਿਰ ਤੋਂ ਕੰਮ ਲੈਂਦਾ। ਕੀ ਮੰਨਦੇ ਹੋ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੋ ਕੁਝ ਚੱਲ ਰਿਹਾ, ਜਿਵੇਂ ਚੱਲ ਰਿਹਾ, ਐਦਾਂ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਨਹੀਂ ਹੁੰਦਾ ਸੀ, ਵੱਢ ਕੇ ਰੱਖ ਦੂੰਗਾ, ਠੋਕ ਕੇ ਰੱਖ ਦੂੰਗਾ। ਕਿਉਂਕਿ ਇੱਕ ਦੂਸਰੇ ਦੇ ਉਹੀ ਲੋਕ ਨੇ। ਕਿਤੇ ਕਿਸੇ ਸਿਆਸੀ ਪਾਰਟੀ ਨੇ ਆ ਕੇ ਇਨਫਰਾਸਟ੍ਰਕਚਰ ਦੇਣ ਦੀ ਕੋਸ਼ਿਸ਼ ਕੀਤੀ ਹੈ? ਕਿਸੇ ਨੇ ਕਿਹਾ ਕਿ ਏਮਸ ਕਿੱਥੋਂ ਆਊਗਾ? ਚਲੋ ਮੈਡੀਕਲ ਕਾਲਜ, ਸਾਨੂੰ ਹਸਪੀਟਲਸ ਚਾਹੀਦੇ ਨੇ, ਸਾਡੇ ਬਿਮਾਰੀਆਂ ਵੱਧ ਰਹੀਆਂ ਨੇ। ਕਿਸੇ ਨੇ ਕਿਹਾ ਕਿ ਅਸੀਂ ਹਸਪੀਟਲਸ ਲਿਆਵਾਂਗੇ। ਜੇ ਕਿਹਾ ਤਾਂ ਮੈਨੂੰ ਦੱਸ ਦੇਣ ਲਿਆਉਣਗੇ ਕਿੱਥੋਂ। ਕੋਈ ਕਹਿੰਦਾ ਅਸੀਂ ਨਸ਼ਾ ਮੁਕਤ ਕਰ ਦਿਆਂਗੇ, ਉਹ ਦਿੱਲੀ ਵਾਲੇ ਕਹਿੰਦੇ ਨੇ ਅਸੀਂ ਨਸ਼ਾ ਮੁਕਤ ਕਰ ਦਿਆਂਗੇ। ਰੇਪ ਹੁੰਦਾ ਸਰ, ਮੂੰਹ ਕਾਲਾ ਕੀਤਾ ਜਾਂਦਾ, ਸਿਰ ਤੋਂ ਰੋਡੀ ਕੀਤੀ ਜਾਂਦੀ ਹੈ, ਚਪੇੜਾਂ ਮਾਰ ਕੇ ਬੀਹੀਆਂ 'ਚ ਘੁਮਾਈ ਜਾਂਦੀ ਹੈ। ਔਰ ਕੇਜਰੀਵਾਲ ਸਾਹਿਬ ਕਹਿੰਦੇ ਨੇ ਮੇਰੇ ਅਧਿਕਾਰ ਖੇਤਰ ਮੈਂ ਨਹੀਂ ਆਤਾ। ਤੇ ਉਹ ਪੰਜਾਬ ਨੂੰ ਕਿਵੇਂ ਨਸ਼ਾ ਮੁਕਤ ਕਰ ਦੇਣਗੇ? ਬਹੁਤ ਦੁੱਖ ਦੀ ਗੱਲ ਹੈ ਜਿਹੜੀ ਤੁਸੀਂ ਕਹੀ ਹੈ, ਪਰ ਮਾਫੀ ਚਾਹੁੰਦਾ ਮੈਂ, ਇਹ ਯੂਪੀ ਦੇ ਵਿੱਚ ਵੀ ਬਹੁਤ ਵਾਰ ਹੋਇਆ, ਉੱਥੇ ਵੀ ਮਾੜੀ ਗੱਲ ਆ। ਬਿਲਕੁਲ, ਜਿੱਥੇ ਜਿਹੜੀ ਮਾੜੀ ਹੈ ਉਹ ਤਾਂ ਮਾੜੀ ਹੈ। ਜਿੱਥੇ ਮਾੜੀ ਹੈ ਉੱਥੇ ਮਾੜੀ ਹੈ, ਪਰ ਉਹਨੂੰ ਸੁਧਾਰੂਗਾ ਕੌਣ? ਉਹਨੂੰ ਸੁਧਾਰੂਗਾ ਕੌਣ? ਉਹ ਸਾਡੇ ਜਿਹੜੇ ਮਸਲੇ ਨੇ, ਸਾਡਾ ਕਰਜ਼ਾ ਕੌਣ ਲਾਹੂਗਾ? ਪਹਿਲਾਂ ਤਾਂ ਇਹ ਦੱਸ ਦਿਓ, ਸਾਨੂੰ ਕਰਜ਼ਾ ਮੁਕਤ ਕੌਣ ਕਰ ਸਕਦਾ? ਸੈਂਟਰ ਗਵਰਨਮੈਂਟ। ਸਾਡੇ ਇਨਫਰਾਸਟ੍ਰਕਚਰ ਨੂੰ ਵੱਡਾ ਕੌਣ ਕਰ ਸਕਦਾ? ਸੈਂਟਰ ਗਵਰਨਮੈਂਟ। ਸਾਡੇ ਬਾਰਡਰ ਸਿਕਿਉਰਿਟੀ ਫੋਰਸਿਸ ਦਾ ਜਿਹੜਾ ਜ਼ਿੰਮੇਵਾਰੀ ਵਧਾਈ ਹੈ ਉਹ ਕੌਣ ਕਰ ਸਕਦਾ? ਸੈਂਟਰ ਗਵਰਨਮੈਂਟ। ਸਾਡੇ ਕਰਜ਼ੇ ਮਾਫ, ਸਾਡੇ ਪਾਣੀਆਂ ਦੇ ਰਾਖੇ ਕੌਣ ਕਰ ਸਕਦਾ? ਸੈਂਟਰ ਗਵਰਨਮੈਂਟ। ਸਾਡੀ ਸਿਹਤ ਸਹੂਲਤਾਂ, ਸਾਡੀ ਸਿੱਖਿਆ ਦੇ ਮਿਆਰ ਨੂੰ ਉੱਚਾ ਕੌਣ ਕਰ ਸਕਦਾ? ਸੈਂਟਰ ਗਵਰਨਮੈਂਟ। ਅਸੀਂ ਫਿਰਦੇ ਕਿੱਥੇ ਹਾਂ?
ਅਸੀਂ ਫਿਰਦੇ ਕਿੱਥੇ ਆ, ਕੀ ਤੋਂ ਕੀ ਆਸ ਰੱਖ ਰਹੇ ਹਾਂ, ਬਸ ਇੰਨਾ ਹੀ ਖਿਆਲ ਹੈ। ਅਸੀਂ ਆਸ ਰੱਖਦੇ ਹਾਂ ਕਿ ਸਾਨੂੰ ਫਲਾਂ ਪਾਰਟੀ ਉਹ ਦੇ ਦੂਗੀ, ਕਿਉਂਕਿ ਉਹ ਵਾਅਦਾ ਕਰਦੀ ਹੈ, ਫਲਾਂ ਪਾਰਟੀ ਦੇ ਦੂਗੀ। ਤੁਸੀਂ ਮੈਨੂੰ ਕਹੀ ਜਾਓ ਮੈਂ ਤੈਨੂੰ ਸਵੇਰ ਨੂੰ ਤੇਰੇ ਨਾਂ ਲਵਾ ਦੂੰਗਾ ਤਾਜ ਮਹਿਲ, ਤੇ ਜਾਂ ਤਾਂ ਮੈਂ ਮੂਰਖ ਹਾਂ ਜਾਂ ਤੁਸੀਂ ਬਹੁਤ ਚਲਾਕ ਹੋ। ਅਸਲੀਅਤ ਇਹ ਹੈ ਕਿ ਉਹ ਹੋ ਨਹੀਂ ਸਕਦਾ ਮੇਰੇ ਨਾਲ। ਪੰਜਾਬ ਦੇ ਵਿੱਚ ਹਜ਼ਾਰ ਰੁਪਈਆ ਔਰਤਾਂ ਨੂੰ ਦੇ ਦਿਆਂਗੇ, ਕਿੱਥੋਂ ਸਿਲੰਡਰ ਮੁਫਤ ਦੇ ਦਿਆਂਗੇ। ਕਿੱਥੋਂ ਦੇ ਇਹ ਯੂਪੀ ਦੇ ਵਿੱਚ ਬੀਜੇਪੀ ਵੀ ਵਾਅਦੇ ਕਰ ਰਹੀ ਆ, ਉੱਥੇ ਸਕੂਟਰੀਆਂ ਦੇ ਦਿਆਂਗੇ, ਕਾਂਗਰਸ ਵਾਅਦੇ ਕਰ ਰਹੀ ਹੈ। ਮੇਰਾ ਟੈਣਾ ਸਾਹਿਬ, ਮੈਂ ਵਿੱਚੋਂ ਟੋਕਦਾ ਜ਼ਿਆਦਾ ਬੋਲ ਰਿਹਾ, ਮੈਂ ਜਜ਼ਬਾਤੀ ਹੋਇਆ ਬਹੁਤ, ਮੈਨੂੰ ਮਾਫ ਕਰ ਦਿਓ ਜੇ ਲਫ਼ਜ਼ ਬਾ ਲਫ਼ਜ਼ ਹੋ ਗਿਆ ਜੀ। ਮੇਰਾ ਕੱਦ ਬੁੱਤ ਬਹੁਤ ਛੋਟਾ, ਹਜੇ ਮੇਰੀ ਸਿਆਸੀ ਉਮਰ 10 ਦਿਨ ਵੀ ਨਹੀਂ ਹੈ। ਮੈਂ ਪੰਜਾਬੀ ਹਾਂ, ਮੈਂ ਪੰਜਾਬ ਦੀ ਗੱਲ ਕਰੂੰਗਾ, ਭਾਵੇਂ ਉਹ ਬੀਜੇਪੀ ਦਾ ਵਰਕਰ ਹੋਣ ਦੇ ਨਾਤੇ ਕਰੂੰਗਾ, ਪਰ ਮੈਂ ਪੰਜਾਬ ਦੀ ਮੰਗ ਸਹੀ ਤਰੀਕੇ ਨਾਲ ਸੈਂਟਰ 'ਚ ਤੇ ਸੈਂਟਰ ਦੀਆਂ ਪਾਲਿਸੀਜ਼ ਸਹੀ ਤਰੀਕੇ ਨਾਲ ਪੰਜਾਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ। ਇਹੀ ਕੜੀ ਮੈਂ ਬਣਨ ਦੀ ਕੋਸ਼ਿਸ਼ ਕਰੂੰਗਾ। ਬਾਕੀ ਰੱਬ ਮੈਨੂੰ ਇਲੈਕਸ਼ਨ ਲੜਵਾਉਂਦਾ, ਕੀ ਕਰਦਾ ਨਹੀਂ ਕਰਦਾ, ਹਾਂ ਪੰਜਾਬੀ ਉਹ ਵਾਅਦਾ ਹੈ, ਮੈਨੂੰ 1 ਸਾਲ ਦਾ ਸਮਾਂ ਦਿਓ, ਜੇ ਮੈਂ ਕੁਛ ਵੀ ਕਰ ਨਾ ਸਕਿਆ ਤਾਂ ਮੈਂ ਤੁਹਾਡੇ ਘਰੇ ਆ ਕੇ ਗਲ 'ਚ ਪੰਨਾ ਪਾ ਕੇ, ਪੱਲੂ ਪਾ ਕੇ, ਆਪ ਦੀ ਗਲਤੀ ਦਾ ਅਹਿਸਾਸ ਕਰਦਿਆਂ ਹੋਇਆਂ, ਮੰਨਦਿਆਂ ਹੋਇਆਂ ਤੁਹਾਡੇ ਤੋਂ ਮਾਫੀ ਮੰਗੂਗਾ। ਪਰ ਜੇ ਮੈਂ ਕੁਛ ਕਰ ਗਿਆ, ਫਿਰ ਆਪਾਂ ਕੱਢੀਆਂ ਹੋਈਆਂ ਗਾਲਾਂ ਦਾ ਕੀ ਕਰਾਂਗੇ? ਕੋਈ ਹੈ ਜਵਾਬ? ਕੋਈ ਵਿਜ਼ਨ ਹੋਊਗਾ ਕਿ ਮੈਂ ਆ ਕਰਨਾ ਚਾਹੁੰਦਾ, ਕੋਈ ਨੁਕਤਾ ਸਾਂਝਾ ਕਰਨਾ ਚਾਹੂੰ ਵੀ ਆ ਮੇਰੀ ਇੱਛਾ ਕਿ ਹੌਬੀ ਧਾਲੀਵਾਲ ਆ ਕੁਝ ਜ਼ਰੂਰ ਕਰੂਗਾ, ਬਾਕੀ ਗੱਲਾਂ ਬਾਅਦ ਦੀਆਂ। ਸਭ ਤੋਂ ਪਹਿਲੀ ਤੇ ਵੱਡੀ ਮੈਂ ਅੱਜ ਹੀ ਡਿਮਾਂਡ ਕਰਦਾ, ਮੰਗ ਕਰਦਾ, ਔਰ ਮੈਂ ਇਹ ਗੱਲ ਮੇਰੀ ਸਰਦਾਰ ਮਨਜਿੰਦਰ ਸਿੰਘ ਸਰਸਾ ਹੋਣਾ ਤੱਕ ਜ਼ਰੂਰ ਪਹੁੰਚਾ ਦਿਓ ਕਿ ਸਭ ਤੋਂ ਪਹਿਲਾ ਜਿਹੜਾ ਸਾਡਾ ਹੋਂਦ ਪਹੁੰਚਾਉਣੀ ਹੈ, ਉਹ ਸਿੱਖ ਮੈਰਿਜ ਐਕਟ ਰਜਿਸਟਰਡ ਕਰਵਾ ਦਿਓ, ਅਮੈਂਡਮੈਂਟ ਕਰਵਾ ਦਿਓ। ਕਿਉਂਕਿ ਜੇ ਮੈਂ ਆਪ ਦੀ ਘਰਵਾਲੀ ਤੇ ਤਸ਼ੱਦਦ ਕਰਦਾ ਤਾਂ ਮੈਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਹੈ, ਪਰ ਜੇ ਮੈਂ ਉਹਨੂੰ ਤਲਾਕ ਦੇਣ ਦੀ ਕੋਸ਼ਿਸ਼ ਕਰਦਾ ਤਾਂ ਮੈਨੂੰ ਸਿੱਖ ਧਰਮ ਦੀ ਸ਼ਰ੍ਹਾ ਮੰਨਣੀ ਪੈਣੀ ਹੈ। ਉਦੋਂ ਮੈਂ ਜਿੱਦਣ ਆਪ ਦੀ ਧਰਮ ਪਤਨੀ ਨੂੰ ਤੰਗ ਕਰਕੇ ਤਲਾਕ ਦੇਣ ਦੀ ਕੋਸ਼ਿਸ਼ ਕਰਦਾ, ਉਦੋਂ ਮੈਨੂੰ ਸਜ਼ਾ, ਜੇ ਉਹਦੀ ਗਲਤੀ ਹੋਈ ਤਾਂ ਉਹਨੂੰ ਸਜ਼ਾ, ਉਹ ਸਾਡੇ ਅਕਾਲ ਤਖਤ ਸਾਹਿਬ ਤੋਂ ਮਿਲੇ, ਫਿਰ ਚੰਗਾ ਲੱਗੂਗਾ। ਇਹ ਸਿੱਖ ਮੈਰਿਜ ਐਕਟ ਸਰਸਾ ਸਾਹਿਬ ਤੁਹਾਡੀ ਜ਼ਿੰਮੇਵਾਰੀ ਹੈ। ਅਗਲੀ ਗੱਲ ਕੋਈ ਇਸ ਤੋਂ ਇਲਾਵਾ ਕਿ ਆ ਜ਼ਰੂਰ ਮੈਂ ਕਰਨ ਦਾ ਇੱਛੁਕ ਹਾਂ, ਇਹ ਕਰਵਾਉਣਾ 1 ਸਾਲ ਦੇ ਵਿੱਚ, ਨਹੀਂ ਤਾਂ ਮੈਂ ਆਪਦੇ ਪੈਰ ਪਿੱਛੇ ਖਿੱਚ ਲੈਣੇ ਆ। ਮੈਂ ਹਰ ਪੰਜਾਬੀ ਨੂੰ ਇਹ ਚਾਹੁੰਦਾ ਕਿ ਗਾਲਾਂ ਨੂੰ ਛੱਡੋ, ਈਗੋ ਨੂੰ ਛੱਡੋ, ਰਲ ਕੇ ਗੱਲਾਂ ਕਰੀਏ। ਦੱਸੋ, ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦਾ ਕਿ ਇਹ ਅਮਰਗੜ੍ਹ ਇਲਾਕੇ ਨੂੰ ਜਾਂ ਇਹ ਪਟਿਆਲੇ ਇਲਾਕੇ ਨੂੰ ਜਾਂ ਇਹ ਅੰਮ੍ਰਿਤਸਰ ਇਲਾਕੇ ਨੂੰ, ਪੰਜਾਬ ਦੀ ਗੱਲ ਕਰੋ, ਪੰਜਾਬ ਦੇ ਰੰਗਾਂ ਦੀ ਗੱਲ ਕਰੋ, ਹੋਂਦ ਦੀ ਗੱਲ ਕਰੋ, ਸਾਡੇ ਸਾਂਝੀਵਾਲਤਾ ਦੀ ਗੱਲ ਕਰੋ, ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰੋ, ਸਾਡੇ ਸਿਆਸੀ ਜਿਹੜੇ ਮਸਲੇ ਨੇ ਉਹਨਾਂ ਦੀ ਗੱਲ ਕਰੋ, ਸਾਡੀ ਸਿਹਤ ਦੀ ਗੱਲ ਕਰੋ। ਉਹਨਾਂ ਗੱਲਾਂ ਵਾਸਤੇ ਧਿਆਨ ਦਿਓ। ਜੇ ਤੁਸੀਂ ਕਹੋ ਵੀ ਆਪਾਂ ਕਿਸੇ ਧਰਮ ਬਾਰੇ ਗੱਲ ਕਰੀਏ, ਡਿਬੇਟ ਕਰੀਏ, ਮੇਰੇ ਵਾਸਤੇ ਸਾਰੇ ਧਰਮ ਬਹੁਤ ਪਵਿੱਤਰ ਨੇ ਤੇ ਮੈਂ ਸਭ ਧਰਮਾਂ ਦੀ ਇੱਜ਼ਤ ਕਰਦਾ। ਧਰਮ ਤੋੜਦਾ ਨਹੀਂ, ਧਰਮ ਜੋੜਦਾ। ਸਹੀ ਆ। ਬਸ ਮੈਂ ਧਰਮ ਤੇ ਗੱਲ ਨਹੀਂ ਕਰਨਾ ਚਾਹੁੰਦਾ ਤੇ ਮੈਂ ਧਾਰਮਿਕ, ਮੇਰੀ ਮਾਨਸਿਕਤਾ ਬਹੁਤ ਛੋਟੀ ਆ। ਬਸ ਮੈਨੂੰ ਕਦੇ ਗੁਰੂ ਘਰ 'ਚ ਮੈਨੂੰ ਰੋਕਣ ਦੀ, ਟੋਕਣ ਦੀ ਕੋਸ਼ਿਸ਼ ਨਾ ਕਰਿਓ। ਬਾਕੀ ਜਿੱਥੇ ਵੀ ਮਿਲੂੰਗਾ ਮੈਂ ਤੁਹਾਡੇ ਹਰ ਸਵਾਲ ਦਾ ਪਰ ਧਾਲੀਵਾਲ ਸਾਹਿਬ ਇੱਦਾਂ ਮੰਨਦੇ ਹੋ ਕਿ ਜਿਹੜੇ ਕਲਾਕਾਰ ਨੇ ਰਾਜਨੀਤੀ 'ਚ ਆਏ, ਉਹਨਾਂ ਦੇ ਉੱਤੇ ਬੇਭਰੋਸਗੀ ਵਧੀ ਆ? ਸਨੀ ਦਿਓਲ ਨੂੰ ਦੇਖ ਲਓ। ਦੇਖੋ, ਮੇਰੇ ਜਿੱਥੇ ਤੱਕ ਮੇਰਾ ਖਿਆਲ ਹੈ, ਮੈਂ ਕਿਸੇ ਦੇ ਜਜ਼ਬਾਤਾਂ ਨਾਲ ਨਹੀਂ ਖੇਡਿਆ, ਮੈਂ ਮੰਗ ਨਹੀਂ ਕੀਤੀ। ਮੈਂ ਤਾਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਮੈਂ ਇਸ ਪਾਰਟੀ ਦੇ ਨਾਲ ਜੁੜ ਗਿਆ, ਆ ਜਾਓ ਆਪਾਂ ਗੱਲਾਂ ਕਰਾਂਗੇ, ਇਹਨਾਂ ਨਾਲ ਆਪਦੀ ਗੱਲ ਕਰਾਂਗੇ। ਮੈਂ ਇਹ ਨਹੀਂ ਕਿਹਾ ਮੈਨੂੰ ਵੋਟਾਂ ਪਾ ਕੇ ਜਿਤਾ ਦਿਓ ਫਿਰ ਮੈਂ ਇਹ ਗੱਲ ਕਰੂੰਗਾ। ਮੈਂ ਤਾਂ ਇਹ ਕਹਿਣਾ ਕਿ ਮੈਂ ਪਾਰਟੀ ਨਾਲ ਜੁੜ ਗਿਆ, ਆ ਜਾਓ ਮੈਨੂੰ ਦੱਸੋ, ਆਪਾਂ ਗੱਲਾਂ ਕਰਾਂਗੇ। ਹੁਣ ਪਾਰਟੀ ਜਾਂ ਲੋਕ ਮੈਨੂੰ ਕਿਵੇਂ ਲੈਂਦੇ ਨੇ, ਪਾਰਟੀ ਮੈਨੂੰ ਬੜਾ ਅੱਜ ਬਹੁਤ ਮਾਣ ਇੱਜ਼ਤ ਦੇ ਰਹੀ ਹੈ, ਮੈਂ ਮਿਹਰਬਾਨੀ, ਸ਼ੁਕਰੀਆ। ਤੇ ਬਾਕੀ ਜਿਹੜੇ ਲੋਕ ਨੇ ਉਹ ਗਲਾਂ 'ਚ ਹਾਰ ਪਾ ਰਹੇ ਨੇ, ਗਾਲਾਂ ਦੇ, ਕੋਈ ਗੱਲ ਨਹੀਂ, ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ। ਪਰ ਜਿਹੜਾ ਬਹੁਤ ਵੱਡਾ ਤੁਸੀਂ ਧੱਕਾ ਕੀਤਾ ਅੱਜ ਮੇਰੇ ਨਾਲ ਪੰਜਾਬੀਓ, ਉਹ ਮੈਂ ਕਦੇ ਮਾਫ ਨਹੀਂ ਕਰ ਸਕੂੰਗਾ ਤੁਹਾਨੂੰ। ਉਹ ਮੇਰੇ ਦਿਲ 'ਚ ਤੁਹਾਡੇ ਪ੍ਰਤੀ ਦਰਦ ਰਹੂਗਾ। ਦੀਪ ਸਿੱਧੂ ਦੇ ਸੰਸਕਾਰ ਦੇ ਵਿੱਚ ਨਾ ਜਾ ਸਕਣ ਦਾ ਉਹ ਮੇਰੇ, ਮਤਲਬ ਮੈਂ ਕਿਤੇ ਰੋਣਾ ਪਾਵਾਂ ਪਰ ਮੈਂ ਰੂਹੋਂ ਰੋ ਰਿਹਾ ਇਸ ਵੇਲੇ। ਮੈਨੂੰ ਬਹੁਤ ਪਿਆਰਾ ਸੀ ਉਹ ਮੇਰੇ ਨਾਲ ਤੁਸੀਂ ਬਹੁਤ ਵੱਡਾ ਧੱਕਾ ਕੀਤਾ, ਧੋਖਾ ਕੀਤਾ ਤੁਸੀਂ ਅੱਜ ਥ੍ਰੈਟ ਦੇ ਕੇ। ਤੇ
ਇਹ ਨਾ ਕਹਿ ਦਿਓ ਕਿ ਅਸੀਂ ਕੁਝ ਨਹੀਂ ਸੀ ਕਿਹਾ। ਫੇਸਬੁੱਕ ਭਰੀ ਪਈ ਹੈ, ਬਹੁਤ ਫੋਨ ਆਏ ਨੇ, ਕੋਈ ਗੱਲ ਨਹੀਂ। ਜੋ ਤੁਸੀਂ ਜਿਉਂਦੇ ਵਸਦੇ ਰਹੋ, ਮੈਂ ਮਾफ़ ਕੀਤਾ, ਪਰ ਮੈਂ ਸੋਚਦਾ ਹੁੰਦਾ ਕਦੇ ਕਦੇ, ਮੇਰੀ ਸੋਚ ਆ ਕਿ ਜਿੱਦਣ ਮੈਂ ਮਰਿਆ ਮੈਨੂੰ ਦੀਪ ਸਿੱਧੂ ਜ਼ਰੂਰ ਮਿਲੂਗਾ। ਉਦੋਂ ਮੇਰੇ ਕੋਲ ਕੋਈ ਜਵਾਬ ਨਹੀਂ ਹੋਊਗਾ ਉਹਦੇ ਕੋਲ, ਉਹਨੂੰ ਦੇਣ ਵਾਸਤੇ। ਉਹ ਤੁਸੀਂ ਲਾਜਵਾਬ ਮੈਨੂੰ ਅੱਜ ਕਰਤਾ, ਤੁਸੀਂ ਕਸੂਰਵਾਰ ਹੋ, ਉਹਦੇ ਵਾਸਤੇ ਮੈਂ ਤੁਹਾਨੂੰ ਕਸੂਰਵਾਰ ਠਹਿਰਾਉਣਾ। ਕੋਈ ਗੱਲ ਨਹੀਂ, ਬਾਕੀ ਸਿਆਸੀ ਹੈ। ਜੇ ਮੈਂ ਕਾਮਯਾਬ ਹੋ ਸਕਿਆ ਤਾਂ ਤੁਹਾਨੂੰ ਮਾਣ ਹੋਊਗਾ, ਨਾ ਹੋ ਸਕਿਆ ਤੁਹਾਡੇ ਵਰਗਾ ਸੀ, ਤੁਹਾਡੇ ਵਿੱਚੋਂ ਆ, ਤੁਹਾਡੇ ਨਾਲ ਦੀਆਂ ਆ, ਵਾਪਸ ਆ ਜਾਊਗਾ, ਮਾफ़ੀ ਮੰਗ ਲੂੰਗਾ, ਕਿਉਂਕਿ ਉਹ ਮੇਰੀ ਗਲਤੀ ਹੋਊਗੀ, ਉਦਣ ਹੋਊਗੀ। ਪਰ ਅੱਜ ਮੈਂ ਕਹਿਣਾ ਵੀ ਨਹੀਂ, ਮੇਰਾ ਸਹੀ ਫੈਸਲਾ ਹੈ। ਧਾਲੀਵਾਲ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਤੁਸੀਂ ਰਾਜਨੀਤਿਕ ਪਾਰੀ ਕਿਹੋ ਜਿਹੀ ਖੇਡਦੇ ਆ, ਕਿੰਨੇ ਪੰਜਾਬ ਦੇ ਮੁੱਦੇ ਚੁੱਕਦੇ ਹੋ, ਕਿੰਨੇ ਕੁ ਉਹਦੇ ਵਿੱਚੋਂ ਹੱਲ ਕਰਾਉਣ 'ਚ ਕਾਮਯਾਬ ਹੁੰਦੇ ਹੋ, ਇਹਦੇ ਉੱਤੇ ਪੰਜਾਬੀਆਂ ਦੀ ਅਤੇ ਪੱਤਰਕਾਰਾਂ ਦੀ ਬਾਜ਼ ਅੱਖ ਰਹੂਗੀ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਏ ਹੋ। ਪਹਿਲੀ ਗੱਲ ਤਾਂ ਇਹ ਕਿ ਮੈਂ ਜਿੰਨਾ ਚਿਰ ਸਿਆਸਤ ਰਹੂੰਗਾ, ਮੈਂ ਆਪਦੇ ਮਾਂ-ਬਾਪ ਨਾਲ ਇਮਾਨਦਾਰ ਸੀ, ਮੈਂ ਆਪਦੇ ਭਰਾਵਾਂ ਭੈਣਾਂ ਨਾਲ ਇਮਾਨਦਾਰ ਸੀ, ਮੈਂ ਆਪਦੇ ਪਰਿਵਾਰ ਨਾਲ ਇਮਾਨਦਾਰ ਹਾਂ, ਮੈਂ ਫਿਲਮਾਂ ਨਾਲ ਇਮਾਨਦਾਰ ਸੀ, ਮੈਂ ਗਾਇਕੀ ਨਾਲ ਇਮਾਨਦਾਰ ਹਾਂ, ਮੈਂ ਆਪਦੇ ਖੇਤਾਂ ਨਾਲ ਇਮਾਨਦਾਰ ਹਾਂ। ਅਤੇ ਮੈਂ ਹੁਣ ਪਾਰਟੀ ਦੇ ਨਾਲ ਅਤੇ ਪੰਜਾਬੀਆਂ ਦੇ ਨਾਲ ਵੀ ਇਮਾਨਦਾਰੀ ਨਾਲ ਰਹੂੰਗਾ। ਜਿੱਦਣ ਮੇਰੀ ਇਮਾਨਦਾਰੀ ਖਤਮ ਹੋਗੀ, ਤੁਹਾਡੇ ਪੈਰਾਂ 'ਚ ਆ ਕੇ ਡਿੱਗ ਜੂਗਾ। ਬਹੁਤ ਮਿਹਰਬਾਨੀ। ਸੋ ਦੋਸਤੋ, ਇਹ ਸਨ ਹੌਬੀ ਧਾਲੀਵਾਲ, ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਆ ਕਿ ਕਿਉਂ ਨਹੀਂ ਦੀਪ ਸਿੱਧੂ ਦੇ ਸੰਸਕਾਰ 'ਚ ਜਾ ਸਕੇ। ਦੀਪ ਸਿੱਧੂ ਨੇ ਫਿਲਮ ਦੇ ਵਿੱਚੋਂ ਬਾਹਰ ਕਰਨ ਦੀ ਗੱਲ ਕਹੀ, ਉਹਦੇ ਬਾਰੇ ਇਹਨਾਂ ਦੇ ਆਪਣੇ ਵਿਚਾਰ ਆ। ਬੀਜੇਪੀ ਦੇ ਵਿੱਚ ਕਿਉਂ ਆਏ, ਇਹ ਵਿਚਾਰ ਆ। ਪਹਿਲਾਂ ਕਿਸਾਨੀ ਹੱਕ ਦੇ ਵਿੱਚ ਰਹੇ, ਇਹਦੇ ਬਾਰੇ ਵਿਚਾਰ ਆ। ਇਹਨਾਂ ਦੇ ਬਾਬਤ ਆਪਣੀਆਂ ਟਿੱਪਣੀਆਂ, ਰਾਇਆਂ ਜਿਹੜੀਆਂ ਸਾਨੂੰ ਜ਼ਰੂਰ ਭੇਜਿਓ। ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਲੈ ਕੇ ਪ੍ਰਾਈਮ ਇਲੈਕਸ਼ਨ ਪ੍ਰੋਗਰਾਮ ਦੇ ਤਹਿਤ ਮੁੜ ਹਾਜ਼ਰ ਹੋਵਾਂਗੇ। ਹੁਣ ਦਿਓ ਆਗਿਆ। ਬਹੁਤ ਬਹੁਤ ਧੰਨਵਾਦ।